ਮੇਰੇ ਗੋਲੀ ਮਾਰ ਦਿਓ, ਤੁਸੀਂ ਤਾਂ ਛੱਡੋ, ਮੈਂ ਆਪਣੇ ਆਪ ਦੇ ਖੁਦ ਗੋਲੀ ਮਾਰ ਲੂੰ, ਆਪਣੇ ਪਰਿਵਾਰ ਦੇ ਗੋਲੀ ਮਾਰ ਦੂੰ। ਉਹਨਾਂ ਨੇ ਕੰਨ ਫੜਾ ਕੇ ਮੁਰਗਾ ਬਣਾ ਕੇ ਠੁੱਡੇ ਠੱਡੇ ਮਾਰੇ ਸਾਡੇ। ਕਾਨੂੰਨ ਨੇ ਪਰ ਸਾਡਾ ਸਾਥ ਹੋ ਜੋ ਗੱਲ ਜਿਹੜੀ ਅਸੀਂ ਸੋਚ ਕੇ ਨਹੀਂ ਦਿੱਤਾ, ਪਰ ਉਲਟ ਸਾਨੂੰ ਉੱਥੇ ਗ੍ਰਿਫਤਾਰ ਕਰਕੇ ਸਾਨੂੰ ਪੱਛਮ ਬਿਹਾਰ ਥਾਣੇ ਦੇ ਵਿੱਚ ਲੈ ਗਏ। ਹੁਣ ਦੱਸ ਵੀ ਕੀ ਬਣੂ ਸਾਡਾ ਕੀ ਬਣੂ? ਮੈਂ ਆਪਾ ਜਾ, ਮੇਰਾ ਬੱਚਾ ਬਿਮਾਰ ਹੈ, ਮੇਰਾ ਕੀ ਬਣੂਗਾ? ਮੇਰਾ ਵੀ ਮਨ ਉੱਥੇ ਡਾਵਾਂਡੋਲ ਹੋ ਗਿਆ ਸੀ, ਪਰ ਫਿਰ ਵੀ ਮੈਂ ਇਹਨੂੰ ਸਮਝਾਇਆ ਕੋਈ ਗੱਲ ਨਹੀਂ, ਆਪਾਂ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਬਹੁਤ ਕੁਛ ਕਰਨਗੇ। ਰਾਤ ਨੂੰ ਮੇਰਾ ਖਿਆਲ 8:30 9 ਵਜੇ 8:30 ਦੇ ਕਰੀਬ ਅਸੀਂ ਲਾਲ ਕਿਲ੍ਹਾ ਦੇ ਪਾਸੇ ਪਹੁੰਚ ਗਏ। ਪਾਸੇ ਸਾਈਡਾਂ ਦੇ ਆਹ ਚੀਜ਼ਾਂ ਵਗੈਰਾ ਮੈਨੂੰ ਦੇਖਿਆ, ਫਿੰਗਰ ਵਗੈਰਾ ਲਾਏ, ਸਾਡਾ ਰੋਣ ਨਿਕਲ ਰਿਹਾ ਸੀ ਉੱਥੇ ਵੀ ਅਸੀਂ ਐਡੇ ਕਿੱਡਾ ਕੁ ਜੁਰਮ ਕਰਤਾ। ਮਾਸਕ ਉਠਾਇਆ, मैं भी किसान का बेटा हूँ, लफड़ मारे मेरे ते मैं जा तू मेरे वाला है तो क्या मौशंदा, मैं सब कुछ अपना सौंपता ते तेरा बंदा। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਦਿੱਲੀ ਅੰਦੋਲਨ ਦੀ ਜਦੋਂ ਗੱਲ ਹੁੰਦੀ ਆ ਤਾਂ ਉਦੋਂ ਉਹ ਨੌਜਵਾਨਾਂ ਦੀ ਗੱਲ ਹੁੰਦੀ ਆ ਜਿਹੜੇ ਨੌਜਵਾਨ ਡਟੇ ਰਹੇ। ਜੇ 26 ਨਵੰਬਰ ਦੀ ਗੱਲ ਕਰਦੇ ਆ ਜਾਂ 26 ਨਵੰਬਰ ਤੋਂ ਪਹਿਲਾਂ ਦੀਆਂ ਗੱਲਾਂ ਹੁੰਦੀਆਂ, ਟੋਲ ਪਲਾਜ਼ਿਆਂ ਦੇ ਉੱਤੇ ਜਾਂ ਸੜਕਾਂ ਦੇ ਉੱਤੇ ਜਿੱਥੇ ਚੱਕੇ ਜਾਮ ਹੋਏ ਜਾਂ ਵੱਡੀਆਂ ਸਭਾਵਾਂ ਹੋਈਆਂ ਕਿਸਾਨ ਜਥੇਬੰਦੀਆਂ ਵੱਲੋਂ, ਤੇ ਉਸ ਤੋਂ ਬਾਅਦ ਜਦੋਂ 26 ਨਵੰਬਰ ਨੂੰ ਕਾਫਲੇ ਦਿੱਲੀ ਪਹੁੰਚਦੇ ਤੇ ਉਸ ਤੋਂ ਬਾਅਦ ਫਿਰ ਇੱਕ 26 ਜਨਵਰੀ ਵਾਲੀ ਜਿਹੜੀ ਕਾਲ ਆਉਂਦੀ ਆ, ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਪਰ 26 ਜਨਵਰੀ ਤੋਂ ਬਾਅਦ 27 28 ਤੋਂ ਬਾਅਦ ਨੌਜਵਾਨ ਫੜੇ ਗਏ, ਚੱਕੇ ਗਏ ਜਾਂ ਨੌਜਵਾਨਾਂ ਦੇ ਉੱਤੇ ਪਰਚੇ ਪੈਣੇ ਸ਼ੁਰੂ ਹੋ ਗਏ। ਤਾਂ ਉਹਨਾਂ ਦੇ ਵਿੱਚੋਂ ਕੁਝ ਨੌਜਵਾਨ ਅਜਿਹੇ ਸੀਗੇ ਜਿਹੜੇ ਗਰੀਬ ਘਰਾਂ ਦੇ ਨਾਲ ਸੰਬੰਧ ਰੱਖਦੇ ਸੀ, ਤੇ ਖਾਸ ਕਰਕੇ ਬੜੇ ਸਾਰੇ ਇਹੋ ਜਿਹੇ ਵੀ ਲੋਕ ਨੇ ਉੱਥੇ, ਉਹਨਾਂ ਦੇ ਵਿੱਚ ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਔਰਤਾਂ ਵੀ ਨੇ, ਜਿਨ੍ਹਾਂ ਦੇ ਕੋਲੇ ਜ਼ਮੀਨ ਦਾ ਚਾਹੇ ਓਰਾ ਵੀ ਨਹੀਂ, ਪਰ ਉਹ ਫਿਰ ਵੀ ਉਹ ਦਰਦ ਸਮਝਦੇ ਨੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਕਿਰਤੀਆਂ ਦਾ। ਤੇ ਅਸਲ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਦਾ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਗਾ ਵੀ ਇਕੱਲੀ ਇਹ ਜ਼ਮੀਨ ਦਾ ਮਸਲਾ ਨਹੀਂ, ਇਹ ਸਾਡੀਆਂ ਨਸਲਾਂ ਦਾ ਮਸਲਾ ਗਾ। ਇਹ ਸਾਰੇ ਤਸਵੀਰ ਦੇ ਵਿੱਚ ਬੜਾ ਕੁਝ ਸਾਨੂੰ ਦੇਖਣ ਨੂੰ ਮਿਲਿਆ। ਤੇ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਉਹਨਾਂ ਨੌਜਵਾਨਾਂ ਦੇ ਘਰੇ ਆ ਕੇ ਗੱਲਬਾਤ ਕੀਤੀ ਜਿਹੜੇ ਨੌਜਵਾਨ ਜ਼ਮਾਨਤ ਤੋਂ ਬਾਅਦ ਆਪਦੇ ਪਿੰਡਾਂ ਨੂੰ ਭਰਤੇ। ਕਿਸੇ ਨੇ ਸਾਨੂੰ ਇਹ ਦੱਸਿਆ ਵੀ ਅਸੀਂ ਖੋਏ ਦੀ ਸੇਵਾ ਕਰਨ ਗਏ ਸੀ, ਸਾਨੂੰ ਚੱਕਿਆ ਗਿਆ। ਇੱਕ ਨੌਜਵਾਨ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ, ਉਹਨੂੰ ਚੱਕਿਆ ਗਿਆ, ਉਹਦੀ ਤਾਂ ਹਜੇ ਜ਼ਮਾਨਤ ਵੀ ਨਹੀਂ ਹੋਈ। ਤੇ ਕੁਝ ਲੋਕ ਉਸੇ ਹੀ ਨੌਜਵਾਨ ਨੂੰ ਛਡਾਉਣ ਗਏ ਸੀ ਤੇ ਉਹਨਾਂ ਦੇ ਉੱਤੇ ਵੀ ਇੱਕ ਝੂਠਾ ਮੁਕੱਦਮਾ ਪਾਇਆ ਗਿਆ ਤੇ ਤਿਹਾੜ ਜੇਲ੍ਹ 'ਚ ਭੇਜਿਆ ਗਿਆ। ਤੇ ਉਹਨਾਂ ਵਿੱਚੋਂ ਬਹੁਤ ਚਰਚਿਤ ਨਾਮ ਸੀ ਜਸਵਿੰਦਰ ਆਸਾ ਬੁੱਟਰ, ਕਬੱਡੀ ਦਾ ਕਮੈਂਟੇਟਰ। ਅਸੀਂ ਲਗਭਗ ਸਾਲ ਹੋ ਗਿਆ ਜਦੋਂ ਜਸਵਿੰਦਰ ਦੇ ਪਰਿਵਾਰ ਦੀ ਇੰਟਰਵਿਊ ਕਰੀ ਸੀ ਕਬੱਡੀ ਦੇ ਐਪੀਸੋਡ ਦੇ ਵਿੱਚ, ਤਾਂ ਉਦੋਂ ਉਹਦੇ ਘਰ ਦੇ ਹਾਲਾਤ ਠੀਕ ਨਹੀਂ। ਇਹ ਵੀ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਦੇ ਕੋਲ ਜ਼ਮੀਨ ਦਾ ਓਰਾ ਵੀ ਨਹੀਂ। ਪਰ ਇਹ ਲੋਕ ਸਮਝਦੇ ਨੇ, ਕਿਉਂਕਿ ਜਸਵਿੰਦਰ ਨੇ ਉਸ ਮੁਲਾਕਾਤ 'ਚ ਵੀ ਦੱਸਿਆ ਸੀ ਵੀ ਮੈਂ ਕਿਤਾਬਾਂ ਪੜ੍ਹਦਾ ਗਾ, ਤਾਂ ਕਿਤਾਬਾਂ ਪੜ੍ਹਨ ਦੇ ਨਾਲ ਉਹ ਚੀਜ਼ਾਂ ਦਾ ਪਤਾ ਲੱਗਦਾ ਗਾ ਜਿਹੜੀਆਂ ਸਾਨੂੰ ਕਦੇ ਦੱਸੀਆਂ ਹੀ ਨਹੀਂ ਗਈਆਂ, ਜਿਹੜੀਆਂ ਸਾਨੂੰ ਸਕੂਲਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਨਹੀਂ ਪੜ੍ਹਾਇਆ ਗਿਆ ਜਿਵੇਂ ਪੜ੍ਹਾਉਣਾ ਚਾਹੀਦਾ ਸੀ ਜਾਂ ਗਿਆਨ ਦੇਣਾ ਚਾਹੀਦਾ ਸੀ। ਅੱਜ ਅਸੀਂ ਆਏ ਹਾਂ ਪਿੰਡ ਆਸਾ ਬੁੱਟਰ, ਜ਼ਿਲ੍ਹਾ ਮੁਕਤਸਰ ਸਾਹਿਬ ਦਾ ਪਿੰਡ ਆਸਾ ਬੁੱਟਰ। ਸਾਡੇ ਨਾਲ ਆ ਜਸਵਿੰਦਰ ਆਸਾ ਬੁੱਟਰ, ਪਰਸੋਂ ਹੀ ਆਏ ਨੇ ਇਹ ਵਾਪਸ, ਤੇ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜੀ। ਜਸਵਿੰਦਰ, ਪਹਿਲਾਂ ਤਾਂ ਸਾਰੀ ਕਹਾਣੀ ਦੱਸ ਦਿਓ ਵੀ ਅਸਲ ਦੇ ਵਿੱਚ ਹੋਇਆ ਕੀ ਸੀਗਾ, ਗੱਲ ਘਟਨਾ ਕਿਵੇਂ ਵਾਪਰੀ ਤੇ ਕਿਵੇਂ ਤੁਸੀਂ ਤਿਹਾੜ ਦੇ ਵਿੱਚ ਪਹੁੰਚੇ। ਹਾਂਜੀ, ਅਸੀਂ ਪਹਿਲਾਂ ਸੁਬਾਹ ਤੋਂ ਲੈ ਕੇ ਟਰੈਕਟਰ ਪਰੇਡ ਦੇ ਵਿੱਚ ਸੀਗੇ। ਟਰੈਕਟਰ ਪਰੇਡ ਤੋਂ ਬਾਅਦ ਅਸੀਂ ਜਿਹੜੇ ਚਲੇ ਦੇ ਟਰੈਕਟਰ ਪਰੇਡ ਦੇ ਨਾਲ ਚਾਲੇ ਪਾ ਦਿੱਤੇ। ਉਸ ਤੋਂ ਬਾਅਦ ਅਸੀਂ ਥੋੜ੍ਹਾ ਬਹੁਤਾ ਅੱਗੇ ਦੇਖਿਆ, ਅੱਗੇ ਜਾ ਕੇ ਨਾਗਲੋਈ ਤੋਂ ਬਾਅਦ ਕ੍ਰੋਸਿੰਗ ਕੀਤਾ ਤੇ ਸਿੱਧੇ ਲੰਘ ਗਏ। ਸਿੱਧੇ ਲੰਘਣ ਤੋਂ ਬਾਅਦ ਕੁਛ ਮਾਹੌਲ ਇਸ ਤਰ੍ਹਾਂ ਦੇ ਬਣ ਚੁੱਕਿਆ ਸੀ, ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿੱਧਰ ਜਾਈਏ। ਉਸ ਤੋਂ ਪਹਿਲਾਂ ਅਸੀਂ ਸਟੇਜ ਦੇ ਉੱਤੇ ਚੜ੍ਹ ਕੇ ਇਹ ਗੱਲ ਵੀ ਅਨਾਊਂਸ ਕੀਤੀ ਵੀ ਭਾਈ ਅਸੀਂ ਕਿਸਾਨ ਹੈ, ਤੇ ਕਿਸਾਨ ਦੇ ਤੌਰ 'ਤੇ ਨੈਚੁਰਲ ਤੌਰ 'ਤੇ ਅਸੀਂ ਜੇ ਸ਼ਾਂਤੀ ਦਾ ਪੈਗਾਮ ਲੈ ਕੇ ਆਏ ਹਾਂ। ਅਸੀਂ ਜਿਹੜੀ ਪਰੇਡ ਹੈ, ਪਹਿਲਾਂ 26 ਜਨਵਰੀ ਨੂੰ ਜਵਾਨਾਂ ਦੀ ਪਰੇਡ ਹੋਈ ਸੀ, ਸਾਡੀ ਇਹ ਕਿਸਾਨਾਂ ਦੀ ਪਰੇਡ ਆ। ਅਸੀਂ ਉਸ ਪਰੇਡ ਨੂੰ ਮੱਦੇ ਨਜ਼ਰ ਅਸੀਂ ਤੁਹਾਡੇ ਰੂਬਰੂ ਹੋਣ ਜਾ ਰਹੇ ਕਿ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨ ਆਏ ਜਾਂ ਕਿਸੇ ਦੇ ਕੋਈ ਗੱਲ ਸ਼ਾਦੀ ਜਾਂ ਬਾਤ ਇਸ ਤਰ੍ਹਾਂ ਦੀ ਨਹੀਂ। ਅਸੀਂ ਤਾਂ ਸਿਰਫ ਆਪਣਾ ਕਿਸਾਨੀ ਅੰਦੋਲਨ, ਕਿਸਾਨੀ ਬਿੱਲਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਦੇ ਲਈ ਆਏ ਹੋਏ ਹਾਂ।
ਤੇ ਅਸੀਂ ਨਾਗਲੋਈ ਦੇ ਵਿੱਚ ਕੁਛ ਘਟਨਾਕ੍ਰਮ ਇਹੋ ਜਿਹਾ ਬਣਿਆ ਕਿ ਸ਼ਰਾਰਤੀ ਅਨਸਰਾਂ ਨੇ ਰੱਖ ਲਓ ਜਾਂ ਜਿਹੜਾ ਰਾਹ ਭੜਕਾ ਦਿੱਤਾ ਗਿਆ ਸਾਨੂੰ ਦੇਖਿਆ ਸੀ ਉੱਤਰ ਕੇ ਵੀ ਅਸੀਂ ਕਿਸੇ ਪਾਸੇ ਮੈਟਰੋ ਜਾਂ ਚੜ੍ਹ ਜਾਈਏ, ਮੈਟਰੋ ਬੰਦ, ਆਟੋ ਬੰਦ ਬਿਲਕੁਲ ਹੋ ਚੁੱਕੇ ਸੀ ਤੇ ਅਸੀਂ ਜਿਹੜੇ ਗਾਂਹ ਕ੍ਰੋਸਿੰਗ ਲੰਘ ਗਏ। ਉਸ ਤੋਂ ਬਾਅਦ ਇੱਕ ਟਰਾਲੀ ਆਉਂਦੀ ਆ, ਉਹ ਟਰਾਲੀ ਨੂੰ ਹੱਥ ਦਿੱਤਾ ਜਾਂਦਾ ਵੀ ਅਸੀਂ ਕੋਈ ਹੋਰ ਸਾਧਨ ਨਹੀਂ ਸੀਗਾ। ਟਰਾਲੀ ਨੂੰ ਜਦੋਂ ਹੱਥ ਦਿੱਤਾ, ਟਰਾਲੀ 'ਤੇ ਚੜ੍ਹੇ ਬੰਗੀ ਨਿਹਾਲ ਸਿੰਘ ਵਾਲਾ ਦੀ ਉਹ ਟਰਾਲੀ ਸੀਗੀ। ਉਹਨਾਂ ਮੁੰਡਿਆਂ ਨੂੰ ਪੁੱਛਿਆ ਗਿਆ ਵੀ ਤੁਸੀਂ ਇੱਧਰ ਕਿੱਧਰ ਆ ਵੀ ਆਵੇ ਚੱਲੀਏ। ਉਹ ਕਹਿੰਦੇ ਸੀ ਵੀ ਸਾਨੂੰ ਵੀ ਪਤਾ ਨਹੀਂ ਲੱਗ ਰਿਹਾ, ਸੀ ਰਾਹ ਭੜਕ ਚੁੱਕੇ ਹਾਂ ਵੀ ਜਿੱਧਰਲੇ ਪਾਸੇ ਨੂੰ ਸਾਨੂੰ ਪੁਲਿਸ ਕਹੀ ਜਾਂਦੀ, ਅਸੀਂ ਉੱਧਰ ਤੁਰੇ ਜਾਂਦੇ ਹਾਂ। ਉੱਧਰਲੇ ਪਾਸੇ ਸਾਨੂੰ ਜਿਹੜਾ ਗਾਂ ਅੱਗੇ ਤੁਰਦੇ ਜਾ ਰਹੇ ਸੀਗੇ ਤੇ ਉਹਨਾਂ ਨੇ ਕਿਸੇ ਪਾਸੋਂ ਸਾਈਡ 'ਤੇ ਜਿਹੜੀ ਯੂ ਟਰਨ ਨਹੀਂ ਲੈਣ ਦਿੱਤੀ ਕਿ ਪੁਲਿਸ ਸਾਨੂੰ ਅੱਗੇ ਕਹਿ ਰਹੀ ਸੀ ਵੀ ਅੱਗੇ ਅਸੀਂ ਉੱਧਰ ਰਾਤ ਨੂੰ ਮੇਰਾ ਖਿਆਲ 8:30-9 ਵਜੇ 8:30 ਦੇ ਕਰੀਬ ਅਸੀਂ ਲਾਲ ਕਿਲ੍ਹਾ ਦੇ ਪਾਸੇ ਪਹੁੰਚ ਗਏ। ਪਰ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਪਤਾ ਲੱਗਿਆ ਸੀ ਉੱਥੇ ਜਾ ਕੇ ਪਤਾ ਲੱਗਿਆ ਵੀ ਇੱਥੇ ਕੁਛ ਕਹਿ ਰਹੇ ਵੀ ਝੰਡੇ ਦੀ ਗੱਲ ਕੀਤੀ ਆ ਜਾਂ ਕੋਈ ਹੋਰ ਜਾਂ ਕਿਸੇ ਤਰ੍ਹਾਂ ਦੀ ਕੋਈ ਦੰਗਾ ਵਗੈਰਾ ਦੀ ਗੱਲ ਹੋ ਰਹੀ ਸੀ। ਪਰ ਅਸੀਂ ਉੱਥੇ ਪਹਿਲਾਂ ਬੜੇ ਚਾਅ ਨਾਲ ਗਏ ਸੀ ਵੀ ਅਸੀਂ ਦੇਸ਼ ਨੂੰ ਪਿਆਰ ਕਰਨ ਵਾਲਿਆਂ, ਦੇਸ਼ ਦੀ ਸ਼ਾਂਤੀ ਦੇ ਲਈ ਆਪਣੀ ਜਾਨ ਤੱਕ ਦੇਣ ਦੀ ਤਿਆਰ ਰੱਖਦੇ ਹਾਂ ਵੀ ਇਸ ਦੇਸ਼ ਦੇ ਆਣ ਬਾਣ ਤੇ ਸ਼ਾਨ ਨੂੰ ਕੁਛ ਨਾ ਹੋਵੇ। ਉਹਦੇ ਪ੍ਰਤੀ ਅਸੀਂ ਨਿਸ਼ਾਵਰ ਹਾਂ। ਸਾਨੂੰ ਕਿਸੇ ਨੇ ਕੀ ਕਹਿਣਾ, ਸਾਡੀ ਆਪਣੀ ਦਿੱਲੀ, ਅਸੀਂ ਇਸ ਦੇਸ਼ ਦੇ ਵਾਸੀ ਹਾਂ, ਸਾਡੀ ਰਾਜਧਾਨੀ, ਅਸੀਂ ਆਰਾਮ ਨਾਲ ਚਾਅ ਨਾਲ ਫਿਰਦੇ ਹਾਂ। ਪਰ ਉੱਥੇ ਜਾ ਕੇ ਕੁਛ ਘਟਨਾਕ੍ਰਮ ਹੋਰ ਹੀ ਹੋ ਗਿਆ। ਉਹਨਾਂ ਨੇ ਸੋਚਿਆ ਵੀ ਇਹ ਕੀ ਕਹਿ ਰਹੇ ਨੇ ਯਾਰ। ਸਾਨੂੰ ਜਦੋਂ ਉਸ ਤੋਂ ਪਤਾ ਲੱਗਿਆ ਵੀ ਇੱਦਾਂ ਆਹ ਹੋਇਆ, ਸਾਨੂੰ ਕੁਛ ਨੌਲੇਜ ਨਹੀਂ ਸੀ ਉਸ ਚੀਜ਼ ਬਾਰੇ ਕਿਉਂਕਿ ਨੈੱਟ ਬੰਦ ਸੀ ਉੱਥੇ। ਤੇ ਜਦੋਂ ਜਾਂਦੇ 8:30 ਵਜੇ ਰਾਤ ਨੂੰ ਅਸੀਂ ਉੱਥੇ ਪਹੁੰਚੇ। ਉਸ ਤੋਂ ਬਾਅਦ ਅਸੀਂ ਜਦੇ ਉੱਥੇ ਵਾਪਸ ਆ ਗਏ। ਵਾਪਸ ਆਉਂਦੇ ਕਿ ਸਾਨੂੰ ਜਿਹੜੇ ਰਾਹ ਮੁੜਦੇ ਸੀ ਰਾਹ ਨਿਕਲਦਾ ਹੀ ਨਹੀਂ ਸੀ, ਬੰਦ ਹੋ ਜਾਂਦੇ ਕਰਦੇ। ਅਸੀਂ ਵਾਪਸ ਜਿਹੜੇ ਆਉਂਦੇ ਨਾਗਲੋਈ ਤੋਂ ਅੱਗੇ ਕ੍ਰੋਸ ਕਰਕੇ ਟਿਕਰੀ ਬਾਰਡਰ ਪਹੁੰਚਣ ਵਾਲੇ ਸੀ। ਟਿਕਰੀ ਬਾਰਡਰ ਪਹੁੰਚਦੇ 2 ਕਿਸਾਨ ਅੱਗੋਂ ਤੁਰੇ ਆ ਰਹੇ ਸੀ। ਗੁਰਵਿੰਦਰ ਸਿੰਘ ਉਸਦਾ ਨਾਮ ਹੈ ਕਿਸਾਨ ਦਾ। ਅਤੇ ਉਹਨੂੰ ਰੋਕ ਕੇ ਟਰਾਲੀ ਪੁੱਛੀ ਤੂੰ ਇੱਧਰ ਕਿੱਧਰ। ਉਹਨਾਂ ਨੇ ਮੈਨੂੰ ਜਿਹੜੇ ਦੂਜਿਆਂ ਨਾਲ ਗੱਲ ਕੀਤੀ ਵੀ ਸਾਡਾ ਕੋਈ ਬੱਚਾ ਜਾਂ ਗੁੰਮ ਹੋ ਗਿਆ ਜਾਂ ਉਹਨੂੰ ਭਾਲ ਪਤਾ ਨਹੀਂ ਕੀ ਜਿਉਂਦਾ ਕਿ ਮਰ ਗਿਆ, ਉਹਦਾ ਫੋਨ ਬੰਦ ਆ ਰਿਹਾ ਵੀ ਇੱਕ ਵਾਰੀ ਬੰਦ ਹੋਇਆ ਸੀਗਾ ਫੋਨ, ਪੁਲਿਸ ਨੇ ਚੱਕ ਲਿਆ, ਉਹਨੇ ਇੱਕ ਵਾਰੀ ਕਿਹਾ। ਉਸ ਤੋਂ ਬਾਅਦ ਜਿਹੜਾ ਨੱਕ ਲੈਂਦੇ ਅਸੀਂ ਸੋਚਿਆ ਚਲੋ ਯਾਰ ਆਪਾਂ ਟਿਕਰੀ 'ਤੇ ਚੱਲਦੇ ਹਾਂ। ਪਰ ਉਹਨੇ ਗੁਰਵਿੰਦਰ ਸਿੰਘ ਨੇ ਟਰਾਲੀ ਦੇ ਮਗਰ ਆ ਕੇ ਬਾਈ ਤੂੰ ਜਸਵਿੰਦਰ ਆਸਾ ਬੁੱਟਰ ਕਮੈਂਟੇਟਰ ਮੈਂ ਖਾਂ ਯਾਰ ਬਾਈ ਐਂ ਕਰਕੇ ਆ ਸਾਡਾ ਵੀ ਨਾਲ ਚੱਲੋ ਯਾਰ ਸਾਡਾ ਬਹੁਤ ਹੈ। ਮੈਂ ਕਿਹਾ ਚੱਲ ਭਾਜੀ। ਸਾਡੇ ਜਦੋਂ ਨਾਂ ਲੈ ਕੇ ਪੰਜਾਬੀਆਂ ਦੇ ਵਿੱਚ ਇੱਕ ਮਨ ਦੇ ਵਿੱਚ ਇਹ ਆ ਵੀ ਪੰਜਾਬੀ ਦੇ ਨਾਲ ਕੋਈ ਵੀ ਜਿੰਨਾ ਮਰਜ਼ੀ ਕੋਈ ਦੁਸ਼ਮਣ ਹੋਵੇ ਪਰ ਜਦੋਂ ਕਿਸੇ 'ਤੇ ਮੁਸੀਬਤ ਪੈਂਦੀ ਆ ਨਾ ਐਂ ਲੱਗਦਾ ਵੀ ਆਪਣੀ ਮੁਸੀਬਤ ਆ, ਇਹਦੀ ਨਹੀਂ ਮੁਸੀਬਤ। ਉਸ ਤੋਂ ਬਾਅਦ ਅਸੀਂ ਉਹਨਾਂ ਨੇ ਸੋਚਿਆ ਵੀ ਕਿੱਥੇ ਜਾਈਏ। ਅਸੀਂ ਇਹ ਗੱਲ ਸੋਚੀ ਵੀ ਕਾਨੂੰਨ ਤੋਂ ਵੱਡਾ ਕੌਣ ਹੋ ਸਕਦਾ। ਕਾਨੂੰਨ ਦਾ ਸਹਾਰਾ ਲਈਏ ਚੱਲ ਕੇ। ਆਪਾਂ ਕਹਿਣ ਦਾ ਭਾਵ ਆਪਾਂ ਜੇ ਪੁਲਿਸ ਪ੍ਰਸ਼ਾਸਨ ਦੇ ਕੋਲੇ ਆਪਾਂ ਇਸ ਗੱਲ ਦੀ ਪੜਤਾਲ ਕਰਦੇ ਹਾਂ ਵੀ ਬਾਈ ਜੀ ਆ ਸਾਡੇ ਨਾਲ ਘਟਨਾ ਵਾਪਰ ਗਈ, ਸਾਡਾ ਇੱਕ ਬੱਚਾ ਗੁੰਮਿਆ ਅਤੇ ਅਸੀਂ ਟਰੈਕਟਰ ਵਾਪਸ ਯੂ ਟਰਨ ਲਿਆ ਘੇਵਰਾ ਕੋਲੋਂ ਅਤੇ ਯੂ ਟਰਨ ਲਾ ਕੇ ਥਾਣੇ ਨਾਗਲੋਈ ਆ ਗਏ। ਟਰੈਕਟਰ ਪਿੱਛੇ ਰੋਕਤਾ ਥੋੜ੍ਹਾ ਜਿਹਾ ਅਤੇ ਉੱਥੇ ਲੱਖਾ ਸਿੰਘ ਦਾ ਟਰੈਕਟਰ ਸੀ ਮੇਰਾ ਖਿਆਲ ਆ, ਮੁੰਡਾ ਬੰਗੀ ਨਿਹਾਲ ਸਿੰਘ ਵਾਲੇ ਤੋਂ। ਅਸੀਂ ਪੁਲਿਸ ਸਟੇਸ਼ਨ ਨਾਗਲੋਈ ਅੰਦਰ ਗਏ ਅਤੇ ਉੱਥੇ ਸੰਤਰੀ ਨੂੰ ਪੁੱਛਿਆ। ਅਸੀਂ ਬੜੇ ਪਿਆਰ ਨਾਲ ਉਹਨੇ ਜਵਾਬ ਦਿੱਤਾ ਸੀ ਅੰਕਲ ਜੀ ਵੀ ਲਾ ਕੇ ਲੈਂਦੇ ਵੀ ਅਸੀਂ ਇੱਥੇ ਵੇਖਣ ਆਏ ਮੁੰਡਾ ਸਾਡਾ ਵੀ ਪਤਾ ਨਹੀਂ ਹੈਗਾ ਕਿ ਨਹੀਂ। ਉਹ ਆਂਦਾ ਵੀ ਦੇਖ ਲਓ ਹਵਾਲਾਤ ਵੇਖੇਗਾ, ਉਹਦਾ ਵੇਖ ਲਓ ਬੱਚੇ। ਬਜ਼ੁਰਗ ਸੀ ਉਹ ਉਮਰ ਦੇ ਮੁਲਾਜ਼ਮ ਅਤੇ ਉਹਨੇ ਦਿਖਾਇਆ ਕੁਛ ਨਹੀਂ ਸੀਗਾ। ਪਰ ਜਦੋਂ ਅਸੀਂ ਉਹਦਾ ਵਾਪਸ ਆਏ ਥਾਣੇ 'ਚੋਂ ਉਸ ਤੋਂ ਬਾਅਦ ਸਾਨੂੰ ਇੱਕ ਉੱਧਰਲੇ ਪਾਸੇ ਟਰੈਕਟਰ ਦੀ ਗੱਡੀ, ਇੱਕ ਉੱਧਰਲੇ ਪਾਸੇ ਪੁਲਿਸ ਨੇ ਇੱਕ ਤਰ੍ਹਾਂ ਦਾ ਘੇਰ ਲਿਆ ਸੀਗਾ। ਘੇਰਨ ਤੋਂ ਬਾਅਦ ਸਾਨੂੰ ਚਲੋ ਥਾਣੇ ਅਤੇ ਅਸੀਂ ਪਤਾ ਨਹੀਂ ਕੀ ਗੱਲ ਹੋਣੀ ਆ, ਕੋਈ ਨਾ ਕੋਈ ਗੱਲ ਹੋਣੀ ਹੈ। ਪਰ ਇੱਕ ਤਰ੍ਹਾਂ ਦਾ ਸਾਨੂੰ ਉਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ, ਕਿਡਨੈਪ ਵੀ ਕਰ ਲਿਆ ਕਿਉਂਕਿ ਅਸੀਂ ਚੱਲ ਕੇ ਆਏ ਸੀ ਥਾਣੇ ਦੇ ਵਿੱਚ ਆਪ। ਸਾਡਾ ਕੋਈ ਕਸੂਰ ਹੀ ਨਹੀਂ ਸੀਗਾ ਇਸ ਚੀਜ਼ ਦੇ ਵਿੱਚ। ਅਸੀਂ ਇਹ ਸੋਚਦੇ ਸੀ ਕਾਨੂੰਨ ਸਾਡਾ ਸਾਥ ਦੇਵੇਗਾ, ਕਾਨੂੰਨ ਨੇ ਪਰ ਸਾਡਾ ਸਾਥ ਹੋ ਜੋ ਗੱਲ ਜਿਹੜੀ ਅਸੀਂ ਸੋਚ ਕੇ ਨਹੀਂ ਦਿੱਤਾ। ਪਰ ਉਲਟ ਸਾਨੂੰ ਉੱਥੇ ਗ੍ਰਿਫਤਾਰ ਕਰਕੇ ਸਾਨੂੰ ਪੱਛਮ ਬਿਹਾਰ ਥਾਣੇ ਦੇ ਵਿੱਚ ਲੈ ਗਏ। ਉੱਥੇ ਸਾਡੇ 'ਤੇ ਪਰਚੇ ਕੱਟਣ ਤੋਂ ਬਾਅਦ ਸਾਡੇ ਪੱਛਮ ਬਿਹਾਰ ਦੇ ਵਿੱਚ ਫਿੰਗਰ ਵਗੈਰਾ ਜਿਵੇਂ ਕਿ ਅਪਰਾਧੀ ਖੂੰਖਾਰ ਅਪਰਾਧੀਆਂ ਦੇ ਨਹੀਂ ਆਪਾਂ ਰਿਕਾਰਡ ਬਣਾਉਂਦੇ ਪਲੇਟਾਂ ਫੜਾ ਕੇ ਵੀ ਆਹ ਦੇਖੋ ਇਹਨਾਂ ਦਾ ਨਾਂ ਇਹ ਆ ਉਹ ਕੈਦੀ ਜਾਂਗੇ ਪਾਸੇ ਸਾਈਡਾਂ ਵੇ ਆਹ ਚੀਜ਼ਾਂ ਵਗੈਰਾ। ਮੈਨੂੰ ਦੇਖਿਆ ਫਿੰਗਰ ਵਗੈਰਾ ਲਾਏ, ਸਾਡਾ ਰੋਣ ਨਿਕਲ ਰਿਹਾ ਸੀ ਉੱਥੇ ਵੀ ਅਸੀਂ ਐਡੇ ਕਿੱਡਾ ਕੁ ਜੁਰਮ ਕਰਤਾ। ਇੱਕ ਮੈਨੂੰ ਇਹ ਗੱਲ ਦੱਸੋ ਜਿਹੜਾ ਪਰਚਾ ਕੱਟਿਆ ਗਿਆ ਉਹ ਕਦੋਂ ਕੱਟਿਆ ਗਿਆ, ਕਿੰਨੀ ਤਰੀਕ ਸੀ? ਉਹ ਸੀ ਮੇਰਾ ਖਿਆਲ ਆ ਵੀ ਪਤਾ ਨਹੀਂ ਇਹਨਾਂ ਤੀ ਕਿਹੜੀ ਤਰੀਕ ਦਾ ਕੱਟਿਆ ਗਿਆ ਯਾਰ ਮੈਨੂੰ ਹਜੇ ਤੱਕ ਕੋਈ ਕਿਉਂਕਿ ਮੇਰਾ 26 ਨੂੰ ਤਾਂ ਨਹੀਂ ਕੱਟਿਆ। 26 ਨੂੰ ਨਹੀਂ ਕੱਟਿਆ ਗਿਆ ਮੇਰਾ ਖਿਆਲ। ਤੁਸੀਂ 26 ਦੀ ਸ਼ਾਮ ਨੂੰ ਉੱਥੇ ਪਹੁੰਚੇ? 26 ਦੀ ਸ਼ਾਮ ਦੇਰ ਰਾਤ ਸੀਗੀ ਮੇਰਾ ਖਿਆਲ 10-11 ਦਾ ਟਾਈਮ ਸੀ। ਅਗਲੇ ਦਿਨ ਦੀ ਗੱਲ ਆ ਜਦੋਂ ਕੰਮ ਵਗੈਰਾ ਹੋਣਾ? ਹਾਂ ਇਹ ਕੰਮ ਜਿਹੜਾ ਅਗਲੇ ਦਿਨ ਦਾ ਪਰਚਾ ਜਿਹੜਾ ਕੱਟਿਆ ਗਿਆ 27 ਨੂੰ। ਰਾਤ ਨੂੰ ਕਿੱਥੇ ਰਹੇ? ਰਾਤ ਨੂੰ ਹਵਾਲਾਤ ਦੇ ਵਿੱਚ ਜੀ ਪੱਛਮ ਬਿਹਾਰ ਥਾਣੇ ਦੀ ਹਵਾਲਾਤ ਦੇ ਵਿੱਚ ਬਤੀਤ ਕੀਤੀ ਅਸੀਂ 8-9 ਬੰਦਿਆਂ ਨੇ। 3 ਹਰਿਆਣੇ ਦੇ ਵੀ ਸੀ, ਉਹ ਮੈਨੂੰ ਜਾਣਦਾ ਨਹੀਂ ਉਹਨਾਂ ਨੂੰ। ਉਹ ਤਾਂ ਸਾਨੂੰ ਹਵਾਲਾਤ ਤੋਂ ਵਿੱਚ ਅੰਦਰ ਹੀ ਸੀਗੇ ਅਤੇ ਸਾਨੂੰ ਉੱਥੇ ਕੱਢ ਕੇ ਲੈ ਕੇ ਜਿਹੜੀਆਂ ਫਿੰਗਰ ਵਗੈਰਾ ਕੀਤੇ। ਸਾਡੇ ਮਨ ਦੇ ਵਿੱਚ ਇੱਕੋ ਗੱਲ ਉੱਥੇ ਜਾਂਦੇ ਜਦੋਂ ਗੱਡੀ 'ਚ ਫਿੰਗਰ ਵਗੈਰਾ ਲੈ ਲਏ ਅਤੇ ਮੈਨੂੰ ਇੱਥੋਂ ਦੀ ਘਬਰਾਹਟ ਆ ਗਈ। ਮੈਨੂੰ ਇੱਦਾਂ ਲੱਗਦਾ ਮੈਨੂੰ ਕਿਤੇ ਕੁਛ ਨੁਕਸਾਨ ਨਾ ਹੋ ਜਾਵੇ ਮੇਰਾ ਸਰੀਰ ਕਿਉਂਕਿ ਮੇਰਾ
ਡਗਮਗਾ ਗਿਆ ਸੀ, ਅਪਸੈਟ ਹੋ ਗਿਆ ਸੀ, ਮੈਂ BP ਵੱਧ ਗਿਆ ਸੀ ਮੇਰਾ। ਤੇ ਉੱਥੇ ਲੱਖਾ ਸਿੰਘ ਮੁੰਡਾ ਹੈਗਾ, ਮੈਂ ਕਿਹਾ ਵੀ ਮੈਂ ਤਾਂ ਯਾਰ ਗਰੀਬ ਪਰਿਵਾਰ ਦਾ ਬੱਚਾ ਯਾਰ, ਮੇਰੀ ਤਾਂ ਕਿਸੇ ਨੇ ਇੰਨੀਆਂ ਧਾਰਾਂ ਲਾਤੀਆਂ, ਇਹਨਾਂ ਨੇ ਜ਼ਮਾਨਤ ਤੱਕ ਨਹੀਂ ਕਰਾਉਣੀ, ਪਤਾ ਨਹੀਂ ਕੀ ਹੋਊਗਾ ਮੇਰੇ ਨਾਲ। ਵੀ ਮੇਰਾ ਬੱਚਾ, ਮੈਨੂੰ ਪਿੱਛੇ ਸੋਚ ਰਿਹਾ ਸੀ ਘਰ ਬਾਰੇ ਸੋਚ ਰਿਹਾ ਸੀ ਮੈਂ, ਵੀ ਮੇਰੇ ਘਰ ਦੇ ਵਿੱਚ ਇਹੋ ਜਿਹੇ ਹਾਲਾਤ ਨੇ, ਮੇਰਾ ਕੀ ਬਣੂ ਹੁਣ, ਮੇਰੇ ਕੇਸ ਕੌਣ ਕਿਵੇਂ, ਯਾਨੀ ਕਿ ਉਹ ਜਿਹੀਆਂ ਚੀਜ਼ਾਂ ਯਾਨੀ ਕਿ ਨੈਚੁਰਲ ਸੀਗੀਆਂ ਦਿਮਾਗ ਦੇ ਵਿੱਚ ਆਉਣੀਆਂ। ਵੀ ਜਦੋਂ ਪਿਛਲੇ ਪਾਸੇ ਦੇਖਿਆ ਵੀ ਘਰ ਦੀ ਹਾਲਾਤ ਬਹੁਤੇ ਚੰਗੇ ਨਹੀਂ, ਤੇ ਉੱਥੇ ਮੇਰਾ ਜਿਹੜਾ ਸਰੀਰ ਦਾ ਸੰਤੁਲਨ ਵਿਗੜਨ ਲੱਗਿਆ। ਤੇ ਮੈਂ ਕਿਹਾ ਮੈਂ ਤਾਂ ਯਾਰ, ਮੈਨੂੰ ਲੱਗਦਾ ਵੀ ਜਾਨੋਂ ਜਾਣ ਲੱਗਿਆ, ਐਦਾਂ ਦੀ ਗੱਲ ਮੇਰੇ ਮੂੰਹ ਚੋਂ ਨਿਕਲੀ। ਪਰ ਲੱਖਾ ਸਿੰਘ ਸੀ ਇੱਥੇ ਮੁੰਡਾ ਬੰਗੀ ਨਿਹਾਲ, ਉਹਨੇ ਮੈਨੂੰ ਸੰਭਾਲਿਆ, ਉਹਦਾ ਬੇਟੇ ਕੋਈ ਚੱਕਰ ਨਾ ਮਨ ਵੀਰ, ਮੈਂ ਆਪਣੀ ਜ਼ਮੀਨ ਵੇਚ ਕੇ ਵੀ ਤੇਰੀ ਨਾਲ ਹੈਲਪ ਕਰ, ਜਿੱਥੇ ਮੈਂ ਆਪਦਾ ਵਕੀਲ ਕੀਤਾ ਉੱਥੇ ਤੇਰਾ ਨਾਲ ਕਰੂੰਗਾ, ਪਰਵਾਹ ਨਾ ਰੱਖ, ਕਿਸੇ ਗੱਲੋਂ ਡਰੀ ਨਾ ਵੀਰੇ, ਮੈਂ ਤੈਨੂੰ ਆਪਦਾ, ਤੂੰ ਭਰਾ ਸਮਝ ਮੈਨੂੰ। ਉਹਨੇ ਜੱਫੀ ਚ ਲਿਆ, ਮੈਂ ਉਸ ਬੰਦੇ ਦਾ ਕਦੇ ਦੇਣ ਨਹੀਂ ਦੇ ਸਕਦਾ। ਤੇ ਨਾਲ ਉਹਨੇ ਨੇ ਫਿਰ ਉਸ ਤੋਂ ਬਾਅਦ ਸਾਡੇ ਰਾਤ ਨੂੰ ਸੰਜੇ ਗਾਂਧੀ ਜਿਹੜਾ ਮੈਡੀਕਲ ਹਸਪੀਟਲ ਆ, ਉਹਦੇ ਵਿੱਚ ਸਾਡੀ ਡਾਕਟਰੀ ਕਰਵਾ ਕੇ ਦੇਰ ਰਾਤ ਸਾਨੂੰ ਜੱਜ ਸਾਹਿਬ ਦੇ ਜਿਹੜੇ ਕੁਆਟਰਾਂ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਉਸ ਤੋਂ ਪਹਿਲਾਂ ਸਾਡੇ ਤੋਂ 4 ਕੋਰੇ ਕਾਗਜ਼ਾਂ ਤੇ ਉਹਨਾਂ ਨੇ ਸਾਈਨ ਕਰਵਾ ਲਏ ਸਨ। ਅਸੀਂ ਬਹੁਤ ਜ਼ੋਰ ਲਾਇਆ ਵੀ ਸਾਰਾ ਸਾਡਾ ਕਸੂਰ ਕੀ ਹੈ, ਕੋਰੇ ਕਾਗਜ਼ ਤੇ ਕਿਉਂ, ਪਰ ਕੁਝ ਬੰਦੇ ਸੀਗੇ ਉਹਨਾਂ ਨੂੰ, ਉਹ ਸਾਨੂੰ ਇੱਕ ਦੂਜੇ ਨੂੰ ਕਹਿਣ ਲੱਗੇ ਯਾਰ ਆਪਾਂ ਨੂੰ ਕੁੱਟਣ ਨਾ ਇਹ ਬੰਦੇ, ਜਾਂ ਜ਼ਿਆਦਾ ਹੋਈ ਹੋਰ ਕੁੱਟ ਮਾਰ ਨਾ ਕਰਨ, ਤੇ ਜਾਂ ਕਿਸ ਤਰ੍ਹਾਂ ਦੀ ਗੱਲ, ਕਿਉਂਕਿ ਪੁਲਿਸ ਆ ਯਾਰ ਬਾਈ, ਕੁਝ ਵੀ ਕਰ ਸਕਦੀ ਹੈ ਦਿੱਲੀ, ਕਿਉਂਕਿ ਜਦੋਂ ਬੇਨੱਕਿਆਂ ਨੂੰ ਚੱਕ ਕੇ ਸਾਨੂੰ ਥਾਣੇ ਦੇ ਵਿੱਚ ਬੰਦ ਕਰਕੇ ਪਰਚਾ ਕੱਟ ਸਕਦੀ ਹੈ, ਤੇ ਸਾਡੇ ਤੇ ਕੀ ਕੁਛ ਨਹੀਂ ਕਰ ਸਕਦੀ ਸੀ। ਫਿਰ ਅਸੀਂ ਉਹ ਸਾਈਨ ਕਰ ਦਿੱਤੇ ਕੋਰੇ ਕਾਗਜ਼ਾਂ ਦੇ। ਬਹੁਤ ਕੋਸ਼ਿਸ਼ ਕੀਤੀ ਵੀ ਨਾ ਸਾਨੂੰ ਦੱਸੋ, ਕੁਛ ਨਹੀਂ ਦੱਸਿਆ ਉਹਨਾਂ ਨੇ। ਪਰ ਇਹ ਜਦ ਜੱਜ ਸਾਹਿਬ ਦੇ ਪੇਸ਼ ਕੀਤੀ, ਉੱਥੇ ਮੈਂ ਇਹ ਗੱਲ ਬੋਲੀ ਵੀ ਜੱਜ ਸਾਹਿਬ ਨੂੰ ਵੀ ਜੱਜ ਸਰ ਸਾਡੇ ਤੋਂ 4 ਥਾਵਾਂ ਤੇ ਇਹਨਾਂ ਨੇ ਕੋਰੇ ਕਾਗਜ਼ਾਂ ਤੇ ਸਾਈਨ ਕਰਾ ਲਏ। ਉਹਨੇ ਕੋਈ ਗੱਲ ਨਹੀਂ ਬੱਚੇ, ਕੋਈ ਗੱਲ ਨਹੀਂ, ਯਾਨੀ ਕਿ ਉਹਨੇ ਬੜੇ ਪਿਆਰ ਨਾਲ। ਉਸ ਤੋਂ ਬਾਅਦ ਜੱਜ ਸਾਹਿਬ ਨੇ ਸਾਨੂੰ ਪੁੱਛਿਆ ਵੀ ਬੇਟੇ ਫੋਨ ਫਾਨ ਕੀਤਾ ਘਰੇ, ਵੀ ਕਰਵਾਇਆ ਤੁਹਾਨੂੰ? ਮੈਂ ਕਿਹਾ ਨਹੀਂ ਜੀ, ਅਜੇ ਤੱਕ ਫੋਨ ਨਹੀਂ ਕਰਵਾਇਆ। ਉਸ ਤੋਂ ਬਾਅਦ ਸਾਨੂੰ ਉਹਨਾਂ ਨੇ ਫੋਨ ਦਿੱਤਾ, ਫੋਨ ਕਰਵਾਇਆ, ਘਰੇ ਦੱਸਿਆ। ਜਦੋਂ ਘਰ ਵਾਲੀ ਨੂੰ ਦੱਸਿਆ ਤੇ ਇਹਦੇ ਇੱਕੋ ਹੀ ਗੱਲ ਮੂੰਹ ਚੋਂ ਨਿਕਲੀ, ਆਪਣਾ ਬੱਚਾ ਬਿਮਾਰ ਆ ਆਪਾਂ ਦੇ, ਤੇ ਤੂੰ ਕੀ ਸੋਚਿਆ ਹੋਣਾ, ਤੁਸੀਂ ਤਾਂ ਕਿਸਾਨੀ ਦੇ ਸੰਘਰਸ਼ ਦੇ ਲੇਖੇ ਲੱਗ ਚੁੱਕੇ ਆ ਵੀ, ਯਾਨੀ ਉੱਧਰ ਤੁਰਿਆ ਰਹਿਣਾ, ਹੁਣ ਦੱਸ ਵੀ ਕੀ ਬਣੂ ਸਾਡਾ ਕੀ ਬਣੂ, ਮੈਂ ਆਪਾ ਜਾ, ਮੇਰਾ ਬੱਚਾ ਬਿਮਾਰ ਹੈ, ਮੇਰਾ ਕੀ ਬਣੂਗਾ। ਮੇਰਾ ਵੀ ਮਨ ਉੱਥੇ ਡਾਵਾਂਡੋਲ ਹੋ ਗਿਆ ਸੀ, ਪਰ ਫਿਰ ਵੀ ਮੈਂ ਇਹਨੂੰ ਸਮਝਾਇਆ ਕੋਈ ਗੱਲ ਨਹੀਂ, ਆਪਾਂ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਬਹੁਤ ਕੁਛ ਕਰਨਗੇ, ਗੁਰੂ ਮਹਾਰਾਜ ਆਪਣੇ ਜਥੇਬੰਦੀਆਂ ਹੈਗੀਆਂ ਬੜਾ ਕੁਛ ਕਰਨਗੀਆਂ, ਕੋਈ ਚੱਕਰ ਨਹੀਂ ਮਨ। ਫਿਰ ਉਹਨਾਂ ਨੇ ਚੱਕ ਕੇ ਸਾਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਜੀ, ਜੇਲ੍ਹ ਨੰਬਰ 2 ਦੇ ਵਿੱਚ। ਤੇ ਹੁਣ ਤੁਸੀਂ ਜੇਲ੍ਹ ਦੇ ਵਿੱਚ ਕਿੰਨੇ ਦਿਨ ਰਹੇ ਹੋ, ਤੇ ਕਿੰਨੇ ਦਿਨਾਂ ਤੋਂ ਵਾਪਸ ਆਏ 26 ਤੋਂ ਬਾਅਦ? 26 ਤੋਂ ਬਾਅਦ ਮੈਂ ਜੀ, ਮੇਰਾ ਖਿਆਲ ਹੈ ਵੀ 24 ਤਰੀਕ ਨੂੰ ਮੈਂ ਬਾਹਰ ਨਿਕਲਿਆ, ਦੇਰ ਰਾਤ 10:30 ਵਜੇ ਜ਼ਮਾਨਤ ਤੇ। 29 ਕੁ ਦਿਨ ਮੈਂ ਲਾਏ ਉੱਥੇ, 29 ਦੇ ਆਸੇ-ਪਾਸੇ ਦਿਨ ਜਿਹੜੇ ਮੇਰੇ ਬਤੀਤ ਹੋਏ ਜੇਲ੍ਹ ਦੇ ਵਿੱਚ। 1 ਮਹੀਨਾ ਹੋ ਗਿਆ। 1 ਮਹੀਨਾ ਹੋ ਗਿਆ। ਜੇ ਆਪਾਂ ਅੰਦਰਲੀ ਗੱਲ ਕਰਦੇ ਹਾਂ ਹੁਣ, ਜੇਲ੍ਹ ਦੇ ਅੰਦਰਲੀ, ਉੱਥੇ ਅੰਦਰ ਕਿਵੇਂ ਹਾਲਾਤ ਆ, ਖਾਸ ਕਰਕੇ ਜਿਹੜੇ ਨੌਜਵਾਨ ਤੁਹਾਡੇ ਨਾਲ ਸੀਗੇ ਜਾਂ ਉਹ ਬਾਹਰ ਆ ਚੁੱਕੇ ਨੇ, ਅੰਦਰ ਕੀ ਗੱਲਾਂ ਬਾਤਾਂ ਸੀ, ਜਾਂ ਜਿਹੜੇ ਹੋਰ ਮੁੰਡੇ ਸੀਗੇ ਉਹਨਾਂ ਨੇ ਦੱਸਿਆ ਵੀ ਉਹ ਕਿਵੇਂ ਅੰਦਰ ਆਏ? ਉਹਨਾਂ ਨੂੰ ਜਦੋਂ ਮੁੰਡੇ ਸੀਗੇ ਅੰਦਰਲੇ ਪਾਸੇ, ਕੁਝ ਬੰਨਾ ਵਾਲੀ ਤੋਂ ਸੀ, ਮੇਰਾ ਖਿਆਲ ਆ ਗੁਰਪ੍ਰੀਤ ਸਿੰਘ ਉਹਦਾ ਨਾਂ, ਪਾਪਾ ਦਾ ਨਾਂ ਸ਼ਾਇਦ ਜਸਪਾਲ ਸਿੰਘ ਸੀ, ਇੱਕ ਮੁੰਡਾ ਯਾਦਵਿੰਦਰ ਸੀ। ਉਹਨਾਂ ਨੂੰ ਦੱਸਿਆ ਗਿਆ ਵੀ ਅਸੀਂ ਕਦੋਂ ਮੈਂ ਤੁਰੇ ਆਉਂਦੇ ਸੀਗੇ, ਮੈਟਰੋ ਸਟੇਸ਼ਨ ਦਾ ਪੁਲ ਭਾਲਦੇ ਸੀਗੇ, ਸਾਨੂੰ ਪੁਲ ਦਿਸਿਆ ਹੀ ਨਹੀਂ। ਜਦੋਂ ਜਿਹੜੇ ਪੁਲ ਤੇ ਚੜ੍ਹਦੇ, ਮੈਟਰੋ ਸਟੇਸ਼ਨ ਤੇ ਚੜ੍ਹਦੇ ਸੀ, ਮੈਟਰੋ ਬੰਦ ਹੋਈ ਪਈ ਸੀ, ਅਸੀਂ ਤੁਰੇ ਆਉਂਦੇ ਸੀ ਟਿਕਰੀ ਵਾਲੇ ਪਾਸੇ ਨੂੰ, ਅਸੀਂ ਕਿਤੇ ਗਏ ਨਹੀਂ ਗੇ। ਉਹਨਾਂ ਨੇ ਪਿੱਛੋਂ ਜੱਫਾ ਪਾਇਆ, ਪ੍ਰਾਈਵੇਟ ਬੱਸ ਸੀਗੀ, ਉਹਦੇ ਵਿੱਚ ਬੱਸ ਦੇ ਪੁਲਿਸ ਨੇ ਆ ਕੇ ਸਿੱਟ ਲਿਆ ਤੇ ਸਾਡੇ ਤੇ ਪਰਚੇ ਪਾਤੇ। ਅੰਦਰ ਕੁਝ ਹੋਰ ਵੀ ਧੱਕੇਸ਼ਾਹੀ ਵਗੈਰਾ, ਕੁਝ ਕੁੱਟਿਆ ਮਾਰਿਆ ਗਿਆ, ਇਦਾਂ ਦਾ ਕੁਝ ਹੋਇਆ? ਪਹਿਲੇ ਦਿਨ ਜਦੋਂ ਤਾਂ ਕੁਛ ਨਹੀਂ ਹੋਇਆ, ਜਦੋਂ ਕੁਛ ਮੁਲਾਜ਼ਮ ਹੁੰਦੇ ਆ ਵਿੱਚ ਠੀਕ ਹੁੰਦੇ ਆ, ਤੇ ਪਰ ਕੁਛ ਵਿੱਚ ਮੁਲਾਜ਼ਮ ਥੋੜ੍ਹੇ ਜਿਹੇ ਗਲਤ ਵੀ ਹੁੰਦੇ ਆ। ਉਹਨਾਂ ਦੇ ਵਿੱਚੋਂ ਇੱਕ ਮੁਲਾਜ਼ਮ ਸੀ, ਜਦੋਂ ਅੰਗੂਠੇ ਵਗੈਰਾ ਲਾਉਣ ਦੇ ਲਈ ਗਏ ਸੀ, ਕਿਉਂ ਫੋਨ ਕਰਵਾਉਣੇ ਆ ਘਰੇ ਬਾਹਰੋਂ, ਅੰਗੂਠੇ ਲਵਾਉਣ ਦੇ ਲਈ, ਉਦੋਂ ਸਾਨੂੰ ਇੱਕ ਦਫ਼ਤਰ ਦੇ ਇੱਕ ਚੁੰਡ ਦੇ ਵਿੱਚ ਉਹਨਾਂ ਨੇ ਕੰਨ ਫੜਾ ਕੇ ਮੁਰਗਾ ਬਣਾ ਕੇ ਠੁੱਡੇ ਠੱਡੇ ਮਾਰੇ ਸਾਡੇ। ਤੇ ਇੱਕ ਉੱਥੋਂ ਤੱਕ ਯਾਨੀ ਕਿ ਮੁਲਾਜ਼ਮ ਸੀਗਾ ਵਿੱਚ, ਤੇ ਉਹ ਕਹਿ ਰਿਹਾ ਜੀ ਮਾਇਓਵਾਦੀ। ਉਹਨੂੰ ਮੈਂ ਪੁੱਛਿਆ ਵੀ ਮਾਇਓਵਾਦੀ ਕੀ ਚੀਜ਼ ਹੁੰਦੇ ਆ? ਅਸੀਂ ਕਿਸਾਨ ਆ ਜੀ, ਤੇ ਕਿਸਾਨ, ਉਹਦੇ ਮੂੰਹ ਦੇ ਉੱਤੇ ਮਾਸਕ ਚੜ੍ਹਿਆ ਸੀ, ਉਹਨੇ ਮੂੰਹ ਤੋਂ ਮਾਸਕ ਹਟਾਇਆ, ਪਾਣ ਚੱਬ ਰਿਹਾ ਸੀ, ਮੇਰਾ ਖਿਆਲ ਪਾਣ ਮੂੰਹ 'ਚ ਸੀਗੀ, ਮਾਸਕ ਹਟਾਇਆ, ਮੈਂ ਵੀ ਕਿਸਾਨ ਕਾ ਬੇਟਾ ਹੂੰ, ਲੱਫੜ ਮਾਰੇ ਮੇਰੇ ਤੇ। ਮੈਂ ਉਹ ਗੱਲ ਆ ਕੇ ਬਾਹਰਲੇ ਪਾਸੇ ਗਿਆ ਜੀ, ਮੈਨੂੰ ਕਿਉਂ ਪਿੱਟ ਰਹੇ ਹੋ? ਉੱਥੇ ਇੱਕ ਲੇਡੀ ਮੁਲਾਜ਼ਮ ਬੈਠੀ ਜੇਲ੍ਹ ਦੇ ਵਿੱਚ, ਉਹਨੇ ਉਹਨਾਂ ਦੀ ਬਹੁਤ ਦੁਰਦਸ਼ਾ ਕੀਤੀ ਵੀ ਤੁਸੀਂ ਹੁੰਨੇ ਕੌਣ ਹੋ ਜੇਲ੍ਹ ਦੇ ਵਿੱਚ ਇਹਨਾਂ ਨੂੰ ਹੱਥ ਲਾਉਣ ਵਾਲੇ। ਇਹ ਚੀਜ਼ ਹੋਈ ਆ? ਹਾਂਜੀ। ਬਾਕੀ ਹੋਰ ਕਿਸੇ ਨੌਜਵਾਨ ਦੇ ਨਾਲ ਕੋਈ ਜ਼ਿਆਦਾ ਤਸ਼ੱਦਦ ਹੋਇਆ ਹੋਵੇ? ਹਾਂ, ਤਕਰੀਬਨ ਦੇਖੋ ਜੀ, ਸਾਨੂੰ ਅਲੱਗ-ਅਲੱਗ ਕਰ ਰੱਖਿਆ ਸੀ ਬੈਰਕਾਂ ਦੇ ਵਿੱਚ, ਕੋਈ ਗੱਲਬਾਤ ਬਹੁਤੀ ਹੁੰਦੀ ਨਹੀਂ ਸੀ। ਜਿਹੜੇ ਨਾਲ ਦੇ ਤੁਹਾਡੇ ਸਾਥੀ ਸੀ ਉਹ ਆ ਗਏ ਬਾਹਰ ਹਜੇ ਕਿ ਹੈਗੇ? ਮੇਰਾ ਖਿਆਲ ਹੈ ਜੀ ਮੇਰੇ ਕੁਛ ਸਾਥੀ ਆ ਚੁੱਕੇ ਨੇ। ਜਦੋਂ ਮੈਂ ਜੇਲ੍ਹ ਦੇ ਵਿੱਚੋਂ ਨਿਕਲਿਆ, ਮੇਰੇ ਤੋਂ ਬਾਅਦ 16 ਜਿਹੜੇ ਸਾਥੀ ਹੋਰ ਬੈਰਕ ਨੰਬਰ 4 ਜੇਲ੍ਹ ਨੰਬਰ 2 ਦੇ ਵਿੱਚ, ਵਾਰਡ ਨੰਬਰ 2 ਦੇ ਵਿੱਚ ਸਨ। ਤੇ ਇਹ ਜਾਣਕਾਰੀ ਤੁਹਾਨੂੰ ਹੈਗੀ ਆ ਵੀ ਕਿਹੜੇ ਪਰਚੇ ਪਏ ਆ ਤੁਹਾਡੇ ਤੇ, ਜਾਂ ਕਿਹੜੀਆਂ ਧਾਰਾਵਾਂ ਲੱਗੀਆਂ? ਮੈਨੂੰ ਬਹੁਤੀ ਜਾਣਕਾਰੀ ਹਜੇ, ਕਿਉਂਕਿ ਮੇਰਾ ਤਾਂ ਯਾਰ ਦਿਮਾਗੀ ਸਲਤਤ ਤੈਨੂੰ ਮੈਂ ਦੱਸਾਂ ਵੀ ਹਜੇ ਮੈਂ ਆਇਆ ਹੀ ਆ। ਮੈਨੂੰ ਇਹ ਪਤਾ 120 B 188 34 IPS, ਯਾਨੀ ਕਿ 232 253 33 ਇਹੋ ਜਿਹੀਆਂ 12 ਕਿ 13 ਧਾਰਾਂ ਸਾਡੇ ਤੇ 14 ਲੱਗੀਆਂ ਨੇ। ਪਰ ਇੱਕ ਹੋਰ ਗੱਲ ਆ ਵੀ ਕਈ ਬੰਦੇ ਆ ਜਿਹਨੇ ਉਹਨਾਂ ਤੇ 12 ਹੋਰ 307 ਵੀ ਲਾਈ ਰੱਖੀ ਆ, ਉਹਨਾਂ ਨੂੰ ਪਤਾ ਹੀ ਨਹੀਂ ਵੀ 307 ਕੀ ਚੀਜ਼ਾਂ ਨੇ।
ਬਹੁਤ ਕੁਛ ਧਾਰਾਵਾਂ ਹੋਰ ਜਿਹੜੇ ਨੌਜਵਾਨ ਨੇ, ਜਿਵੇਂ ਕਿ ਗੁਰਪ੍ਰੀਤ ਇੱਕ ਮੁੰਡਾ ਤਤਾਰੀ ਵਾਲਾ ਤੋਂ ਮੁੰਡਾ ਮੇਰਾ ਵੀ ਮਿੱਤਰ ਹੈਗਾ ਸੀਗਾ, ਵਿੱਚ ਜੇਲ੍ਹ 'ਚ ਬਣਿਆ ਉਹ ਮੁੰਡਾ, ਉਹਦਾ ਨਾਂ ਸੀ ਰਣਧੀਰ ਸਿੰਘ, ਮੇਜਰ ਸਿੰਘ ਤਤਾਰੀ ਵਾਲਾ ਫਤਿਹਗੜ੍ਹ ਤੋਂ। ਭਾਗ ਸਿੰਘ ਸੀ, ਉਹ ਵਿਚਾਰੇ ਸਿੱਧੇ ਸਾਦੇ ਦੇਸੀ ਇਨਸਾਨ ਸਨ, ਉਹਨਾਂ ਨੂੰ ਚੱਕ ਇੱਦਾਂ ਬਹੁਤ ਕੁਛ। ਦੀਪਕ ਸੀ ਹਰਿਆਣੇ ਦਿੱਲੀ ਤੋਂ ਸੀਗਾ, ਬਾਬਾ ਧਰਮਪਾਲ ਦਿੱਲੀ ਦੇ ਸੀ, ਉਹਦਾ ਇੱਕੋ ਗੱਡੀ ਚਲਾਉਂਦਾ ਸੀਗਾ, ਉਹਦੇ ਹਸਪਤਾਲ ਦੇ ਵਿੱਚ ਜਾ ਰਿਹਾ ਸੀਗਾ, ਉਹਨੇ ਸਾਰੇ ਪਰਿਵਾਰ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਜਾਣ ਨਹੀਂ ਦਿੱਤਾ, ਉਹਨੂੰ ਬੰਦ ਕਰ ਦਿੱਤਾ। ਕਿ ਯਸ਼ੋਦਾ ਗਾঁव ਹਰਿਆਣੇ ਦਾ ਸੀਗਾ ਦਲੀਪ, ਉਹਨਾਂ ਦਾ ਜੈ ਕਿਸ਼ਨ, ਦਲੀਪ ਸਿੰਘ, ਜੈ ਕਿਸ਼ਨ ਦਲੀਪ ਸਿੰਘ ਉਹਦਾ ਦਲਾਲ ਖਾਪ ਦੇ ਨਾਲ ਸੰਬੰਧ ਰੱਖਦਾ ਸੀਗਾ। ਉਹ ਵੀ ਚੱਕ ਕੇ ਇੱਦਾਂ, ਉਹ ਟਰੈਕਟਰ ਤੇ ਜਾ ਰਹੇ ਸੀ, ਚੱਕ ਕੇ ਉੱਦਾਂ ਹੀ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤੇ ਗਏ। ਤੇ ਹੁਣ ਜਿਹੜੀ ਸਾਰੀ ਇਹ ਤੁਸੀਂ ਬਾਹਰ ਆਏ ਹੋ, ਇੱਥੇ ਪਿੰਡ ਪਹੁੰਚੇ ਹੋ, ਮਦਦ ਕਿਹਨੇ ਕੀਤੀ ਆ? ਵਕੀਲ ਕੌਣ ਸੀ ਜਾਂ ਕਿਵੇਂ ਸੀ? ਹਾਂ, ਮਦਦ ਮੇਰੀ ਜਿਹੜੀ ਹੋਈ ਆ, ਮੈਂ ਪਿੰਡ ਦੇ ਵਿੱਚੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਵਾਈਫ ਤੋਂ ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਹੋਰੀ ਨੇ, ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਦਾ ਜਿਹੜਾ ਪੈਨਲ, ਜਿੰਨੇ ਵੀ ਵਕੀਲ ਭਰਾ ਜਿਹਦੇ ਰਾਏ ਸਾਹਿਬ ਹੋ ਰਹੀ ਆ, ਮੈਂ ਕਿਸੇ ਵਕੀਲ ਐਡਵੋਕੇਟ ਦਾ ਮੈਨੂੰ ਨਾਂ ਨਹੀਂ ਆ ਰਿਹਾ, ਕਾਲੋਂ ਸਾਹਿਬ ਹੈ, ਪਰ 3 ਯੰਗ ਏਜ ਦੇ ਵਕੀਲ ਨੇ, ਉਹਨਾਂ ਦੇ ਵਿੱਚੋਂ ਭੁਪਿੰਦਰ ਸਿੰਘ ਜੀ ਭੁੱਲਰ ਸਾਹਿਬ, ਜਿਹੜੇ ਸਾਡੇ ਵਕੀਲ ਨਹੀਂ ਉਹ ਪਰ ਸੰਬੰਧ ਰੱਖਦੇ ਨੇ, ਭੁਪਿੰਦਰ ਸਿੰਘ ਜੀ ਭੁੱਲਰ ਸਾਹਿਬ ਨੇ। ਅਤੇ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਦਾ। ਇੱਕ ਗੁਰਦਰਸ਼ਨ ਸਿੰਘ ਜੀ ਢਿੱਲੋਂ, ਜਿਨ੍ਹਾਂ ਨੇ, ਮੇਰੀ ਕੋਈ ਜਾਣ ਪਹਿਚਾਣ ਵੀ ਨਹੀਂ ਸੀ ਉਹਨਾਂ ਦੇ ਨਾਲ, ਪਰ ਦਿੱਲੀ ਦੇ ਵਿੱਚ ਸਾਡੇ ਪਰਿਵਾਰ ਦੇ ਲਈ ਰੱਬ ਬਣ ਕੇ ਬੌੜੇ, ਮੇਰਾ ਜ਼ਮਾਨਤੀਆ ਬਣ ਕੇ, ਜਾਣੀ ਕਿ ਹੁਣ ਉਹਦੇ ਨਾਲ ਇੱਕ ਰਿਸ਼ਤਾ ਜਿਹਾ ਬਣ ਗਿਆ। ਅਤੇ ਜਿਹੜਾ ਸਾਰੀ ਉਮਰ ਨਹੀਂ ਜਸਵਿੰਦਰ ਬੰਨਿਓ ਟੁੱਟਣਾ, ਉੱਧਰੋਂ ਬਾਹਰਲੀ ਕੰਟਰੀ ਦੇ ਵਿੱਚੋਂ ਬਾਈ ਮੇਜਰ ਸਿੰਘ, ਬਾਈ ਜਲੰਧਰ ਸਿੰਘ ਹੋਰੀ ਬੜੀ ਸਟਰਗਲ ਕਰ ਰਹੇ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਹੋਵੇ। ਮਨਜਿੰਦਰ ਸਿੰਘ ਜੀ ਸਿਰਸਾ ਹੋਰਾਂ ਦਾ, ਕਾਲਕਾ ਸਾਹਿਬ ਹੋਰਾਂ ਦਾ, ਅਤੇ ਨਾਲ ਭੁੱਲਰ ਸਾਹਿਬ ਹੋਰਾਂ ਦਾ, ਢਿੱਲੋਂ ਸਾਹਿਬ ਹੋਰਾਂ ਦਾ, ਅਤੇ ਜਿਹੜੀ ਕੋਸ਼ਿਸ਼ ਕੀਤੀ ਹਰਦੀਪ ਸਿੰਘ ਜੀ, ਡਿੰਪੀ ਢਿੱਲੋਂ ਹੋਰੀ, ਅਭੈ ਢਿੱਲੋਂ, ਇਹਨਾਂ ਦਾ ਧੰਨਵਾਦ ਕਰਦਾ ਜੀ। ਇੱਕ ਖਾਸ ਤੌਰ ਦੇ ਉੱਤੇ ਜੇ ਆਪਾਂ ਨੈਸ਼ਨਲ ਮੀਡੀਆ ਦੀ ਗੱਲ ਕਰਦੇ ਹਾਂ, ਜਦੋਂ ਤੁਸੀਂ ਜੇਲ੍ਹ ਤੋਂ ਬਾਹਰ ਆਉਣੇ ਹੋ, ਮਨਜਿੰਦਰ ਸਿੰਘ ਸਿਰਸਾ ਤੁਹਾਡੇ ਨਾਲ ਹੁੰਦੇ ਨੇ, ਅਤੇ ਤੁਹਾਡਾ ਜਿਹੜਾ ਇੱਕ ਬਿਆਨ ਤੁਸੀਂ ਦਿੱਤਾ ਗਾ, ਉਸ ਬਿਆਨ ਦੀ ਬੜੀ ਚਰਚਾ ਹੋਈ ਨੈਸ਼ਨਲ ਮੀਡੀਆ 'ਤੇ, ਉਹ ਬਿਆਨ ਬੜਾ ਚੱਲਿਆ ਅਤੇ ਉੱਥੇ ਬਾਰ-ਬਾਰ ਚਰਚਾ ਹੋਈ, ਜਿਹੜੀ ਉਸ ਤੋਂ ਬਾਅਦ ਵੀ ਮਨਜਿੰਦਰ ਸਿੰਘ ਸਿਰਸਾ ਡਿਬੇਟ ਪੈਨਲ ਦੇ ਵਿੱਚ ਬੈਠੇ, ਉੱਥੇ ਵੀ ਉਹਨਾਂ ਨੇ ਉਹ ਬਿਆਨ ਦੀ ਚਰਚਾ ਕਰੀ। ਉਹ ਕਿਵੇਂ ਸੀਗਾ? ਉਹ ਬਿਆਨ ਇਹੀ ਆ ਜੀ, ਮੈਂ ਆਪਣਾ ਨੈਚੁਰਲ ਤੌਰ 'ਤੇ ਅੱਜ ਵੀ ਕਹਿੰਦਾ ਵੀ ਜੇ ਸਾਡਾ ਕੋਈ ਕਸੂਰ, ਅਸੀਂ ਦੇਸ਼ ਦੇ ਵਾਸੀ ਹਾਂ, ਦੇਸ਼ ਨੂੰ ਪਿਆਰ ਕਰਨ ਵਾਲੇ ਹਾਂ, ਦੇਸ਼ ਦੀ ਹਰ ਇੱਕ, ਯਾਨੀ ਕਿ ਜਿੰਨਾ ਟੈਕਸ ਪੇ ਕਰਦੇ, ਯਾਨੀ ਕਿ ਤੁਹਾਨੂੰ ਵੀ ਪਤਾ, ਖਾਣ ਤੋਂ ਲੈ ਕੇ ਪੈਣ ਤੱਕ ਦਾ ਸਾਰਾ ਹੁੰਦਾ। ਅਸੀਂ ਦੇਸ਼ ਦੇ ਵਿੱਚ ਹਰ ਇੱਕ ਯੋਗਦਾਨ ਅਦਾ ਕਰਦੇ ਹਾਂ, ਪਰ ਸਾਨੂੰ ਇੱਥੇ ਲਿਆ ਕੇ ਜਦੋਂ ਕਿ ਅੰਦੋਲਨ, ਅਸੀਂ ਆਪਦੇ ਹੱਕਾਂ ਦੇ ਲਈ ਖੜਦੇ ਹਾਂ ਤਾਂ ਹੱਕ ਮੰਗਣ ਦੀ ਕੋਸ਼ਿਸ਼ ਕਰਦਾ, ਸਾਨੂੰ ਅੰਦੋਲਨ ਦੇਸ਼ ਧਰੋਹੀ ਕਿਹਾ ਜਾਂਦਾ। ਅਸੀਂ ਕਿਹੜੇ ਪਾਸੇ ਕੋਈ ਦੇਸ਼ ਧਰੋਹੀ, ਕੋਈ ਨੁਕਸਾਨ ਕੀਤੀ, ਕੋਈ ਤੋੜ ਫੋੜ ਕੀਤੀ, ਕਿਸੇ ਦਾ ਨੁਕਸਾਨ ਕੀਤਾ, ਸਾਨੂੰ ਇੱਕ ਵਾਰੀ ਸਾਬਤ ਕਰ ਦਿਓ। ਅਸੀਂ ਮੈਂ ਉਦੋਂ ਵੀ ਕਿਹਾ ਸੀ, ਅੱਜ ਵੀ ਕਹਿਣਾ, ਬਾਈ ਜੇ ਕਿਸੇ ਤਰ੍ਹਾਂ ਦਾ ਕੋਈ ਮੈਂ ਦੇਸ਼ ਧਰੋਹ ਦਾ ਸਾਬਤ ਕਰ ਦਿਓ ਮੇਰੇ ਤੇ ਵੀ ਆਹ ਦੇਸ਼ ਧਰੋਹ ਦਾ ਇਹਨਾਂ ਨੇ ਕੰਮ ਕੀਤਾ, ਮੇਰੇ ਗੋਲੀ ਮਾਰ ਦਿਓ। ਤੁਸੀਂ ਤਾਂ ਛੱਡੋ, ਮੈਂ ਆਪਣੇ ਆਪ ਦੇ ਖੁਦ ਗੋਲੀ ਮਾਰ ਲੂੰ, ਆਪਣੇ ਪਰਿਵਾਰ ਦੇ ਗੋਲੀ ਮਾਰ ਦੂੰਗਾ। ਇੱਕ ਖਾਸ ਤੌਰ ਦੇ ਉੱਤੇ ਜਸਵਿੰਦਰ, ਇਹ ਵੀ ਗੱਲ ਆ ਜਿਹੜੀ ਤੁਸੀਂ ਪਰਿਵਾਰ ਦੀ ਗੱਲ ਕੀਤੀ ਆ, ਆਪਾਂ ਪਹਿਲਾਂ ਵੀ ਕਬੱਡੀ ਕਰਕੇ ਜਾਣਦੇ ਹਾਂ ਇੱਕ ਦੂਜੇ ਨੂੰ, ਪਹਿਲਾਂ ਇੰਟਰਵਿਊਜ਼ ਕੀਤੀਆਂ ਗਈਆਂ ਇਹਨਾਂ ਦੇ। ਮੈਂ ਇੱਕ ਹੋਰ ਗੱਲ ਕਰਨੀ ਚਾਹੂੰਗਾ, ਇਹਨਾਂ ਦੇ ਧਰਮ ਪਤਨੀ ਵੀ ਇੱਥੇ ਨੇ, ਇਹ ਅਪਾਹਜ ਨੇ, ਅਤੇ ਇਹਨਾਂ ਦੇ ਨਾਲ ਵੀ ਮੇਰੇ ਸਹਿਯੋਗੀ ਨੇ, ਜਿਹੜੀ ਮੁਲਾਕਾਤ ਕੀਤੀ ਸੀਗੀ ਫੋਨ ਦੇ ਉੱਤੇ, ਟੈਲੀਫੋਨਿਕ ਇੰਟਰਵਿਊ ਹੁੰਦੀ ਆ ਜਦੋਂ ਜਸਵਿੰਦਰ ਬਾਰੇ ਪਤਾ ਲੱਗਦਾ ਵੀ ਜਸਵਿੰਦਰ ਤਿਹਾੜ ਜੇਲ੍ਹ 'ਚ ਆ। ਜਸਵਿੰਦਰ, ਕਿਵੇਂ ਸੋਚਦੇ ਹੋ? ਅਸਲ ਦੇ ਵਿੱਚ ਮੈਂ ਇੱਧਰ ਇਹਨਾਂ ਤੋਂ ਵੀ ਪੁੱਛੂੰਗਾ, ਇਹ ਸਾਰਾ ਕੁਛ ਹੁੰਦਾ ਗਾ ਤੁਹਾਡੇ ਨਾਲ ਦੇ, ਤੁਹਾਡੇ ਉੱਥੇ ਹੋਰ ਵੀ ਸਾਥੀ ਸੀਗੇ ਜਿਹੜਿਆਂ ਕੋਲ ਜ਼ਮੀਨ ਨਹੀਂ, ਜਾਂ ਜਿਹੜਿਆਂ ਨੂੰ ਅਸਲ ਦੇ ਵਿੱਚ ਇਹ ਮਤਲਬ ਪਤਾ ਲੱਗ ਚੁੱਕਿਆ ਵੀ ਇਹ ਸੰਘਰਸ਼ ਹੈ ਕਾਹਦੀ ਖਾਤਰ। ਇਹ ਚੀਜ਼ ਨੂੰ ਹੁਣ ਤੁਸੀਂ ਕਿਵੇਂ ਗੰਭੀਰਤਾ ਨਾਲ ਸੋਚਦੇ ਹੋ? ਮੈਂ ਗੰਭੀਰਤਾ ਦੇ ਨਾਲ ਸੋਚਦਾ ਬਾਈ, ਜੇ ਕਿਸਾਨੀ ਆਪਣੀ ਜਿਉਂਦੀ ਹੈਗੀ ਆ ਨਾ, ਸਾਰਾ ਹੁੰਦਾ ਆਪਣੀ ਫਸਲ ਜਿਉਂਦੀ, ਆਪਣੀ ਕਿਸਾਨੀ ਜਿਉਂਦੀ ਹੈ, ਤਾਂ ਆਪਾਂ ਰੋਟੀ ਖਾਂਦੇ ਰਹਿ ਜਾਾਂਗੇ। ਨਹੀਂ ਤਾਂ ਸਾਡੇ ਰੋਟੀ ਤੇ ਤਾਂ ਡਾਕਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਆਪਾਂ, ਜਿਹੜਾ ਆਪਣਾ ਕਈ ਵਾਰੀ ਕੋਈ ਨੋਰਮਲ ਬੰਦਾ ਜਿਹੜਾ ਬੇਜ਼ਮੀਨ ਹੈ, ਸੋਚਦਾ ਵੀ ਇਹ ਤਾਂ ਪੈਲੀਆਂ ਵਾਲਿਆਂ ਦਾ ਮਸਲਾ ਹੈ, ਪਰ ਇਹ ਪੈਲੀਆਂ ਵਾਲਿਆਂ ਦਾ ਮਸਲਾ ਨਹੀਂ, ਮਸਲਾ ਸਭ ਤੋਂ ਪਹਿਲਾਂ ਆਪਣਾ ਹੈ। ਕਿਉਂਕਿ ਸਰਕਾਰਾਂ ਚਾਹੁੰਦੀਆਂ ਨੇ ਗਰੀਬ ਦੀ ਰੋਟੀ, ਯਾਰ ਜੇ ਪੈਲੀਆਂ ਵਾਲਿਆਂ ਕੋਲ ਇਹ ਚੀਜ਼ ਨਹੀਂ ਬਚਦੀ ਤੇ ਉਹਨਾਂ ਨੇ ਫਸਲ ਉਗਾਉਣੀ ਬੰਦ ਕਰ ਦਿੱਤੀ ਤਾਂ ਆਪਾਂ ਖਾਵਾਂਗੇ ਕਿੱਥੋਂ? ਆਪਣੀਆਂ ਫਸਲਾਂ ਨਹੀਂ, ਆਪਣੀਆਂ ਨਸਲਾਂ ਦੇ ਉੱਤੇ ਇੱਕ ਤਰ੍ਹਾਂ ਦਾ ਡਾਕਾ ਵੱਜਣ ਲੱਗਿਆ। ਕਿਰਪਾ ਕਰਕੇ ਮੈਂ ਗੁਜ਼ਾਰਿਸ਼ ਕਰਦਾ, ਮੇਰੇ ਮਨ ਦੇ ਵਿੱਚ ਇਹ ਆ ਵੀ ਮੈਨੂੰ ਪਤਾ ਆਉਣ ਵਾਲਾ ਸਮਾਂ, ਆਪਣੀ ਰੋਟੀ ਮਹਿੰਗੀ ਹੋ ਗਈ ਤਾਂ ਯਾਰ ਕਮਾ ਕੇ ਤਾਂ ਆਪਾਂ ਉਹਨਾਂ ਸੀਮਤ ਲਿਆਉਣੇ ਆ, ਤੇ ਕਿੱਥੋਂ ਪੈਦਾ ਕਰਾਂਗੇ, ਕਿੱਥੋਂ ਆਪਣੇ ਬੱਚਿਆਂ ਨੂੰ ਪੜ੍ਹਾਵਾਂਗੇ ਲਿਖਾਵਾਂਗੇ, ਕਿੱਥੋਂ ਕੀ ਕਰਾਂਗੇ? ਹਰ ਇੱਕ ਬੰਦੇ ਨੂੰ ਇਹ ਸੋਚਣਾ ਪੈਣਾ ਹੀ ਆ। ਜੀ ਜੀ ਜੀ। ਮੈਂ ਇਹਨਾਂ ਤੋਂ ਪੁੱਛਦਾਗਾ, ਜਦੋਂ ਪਤਾ ਲੱਗਿਆਗਾ ਜਸਵਿੰਦਰ ਬਾਰੇ, ਜਸਵਿੰਦਰ ਇੱਧਰ ਬੈਠ ਜਾਓ ਤੁਸੀਂ, ਜਦੋਂ ਤੁਹਾਨੂੰ ਪਤਾ ਲੱਗਿਆ ਕਿਵੇਂ ਮਨ ਦੇ ਵਿੱਚ ਕੀ ਸੋਚਿਆ ਜਾਂ ਕਿਹਨੂੰ ਕੰਟੈਕਟ ਕੀਤਾ? ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਜਦੋਂ ਮੈਨੂੰ ਪਤਾ ਲੱਗਿਆ ਇਹਨਾਂ ਨੇ ਮੈਨੂੰ ਫੋਨ ਕਰਿਆ ਰਾਤ ਨੂੰ ਕਿ ਮੈਨੂੰ ਤਿਹਾੜ ਜੇਲ੍ਹ 'ਚ ਲੈ ਗਏ, ਉਦੋਂ ਤਾਂ ਮੈਂ ਬਹੁਤ ਡਰ ਗਈ ਸੀਗੀ। ਹਾਂਜੀ, ਅਤੇ ਉਸ ਤੋਂ ਬਾਅਦ ਜਦੋਂ ਵੀ ਮੈਨੂੰ ਕਈਆਂ ਦੇ ਫੋਨ ਆਏ ਜੀ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਜਸਪ੍ਰੀਤ ਤੂੰ ਡਰਨਾ, ਵੀ ਅਸੀਂ ਤੇਰੇ ਨਾਲ ਹੈ। ਜੀ ਜੀ।
ਤੇ ਹਾਂਜੀ ਮੈਨੂੰ ਕੋਈ ਕਈਆਂ ਦੇ ਫੋਨ ਆਏ ਪਰ ਮੈਂ ਆਪਣੇ ਹੌਸਲੇ ਨੂੰ ਬੁਲੰਦ ਰੱਖਿਆ, ਕਿਉਂਕਿ ਮੈਂ ਸੋਚਿਆ ਵੀ ਮੈਂ ਕਿਉਂ ਡਰ ਰਹੀ ਹਾਂ, ਕਿਉਂ ਰੋ ਰਹੀ ਹਾਂ ਕਿ ਮੇਰੇ ਹਸਬੈਂਡ ਆ ਜੋ ਕਿਹੜਾ ਵੀ ਕਿਸੇ ਗਲਤੀ ਕਰਕੇ ਗਏ ਆ, ਵੀ ਕਿਸਾਨੀ ਅੰਦੋਲਨ ਵਿੱਚ ਸਾਰੇ ਭਰਾਵਾਂ ਦੀ ਖਾਤਰ ਸਾਡੀ ਖਾਤਰ ਗਏ ਹੈਗੇ। ਹਾਂਜੀ ਜੀ ਜੀ। ਤੇ ਉਦੋਂ ਬਾਅਦ ਮਦਦ ਕਿਹਨੇ ਕੀਤੀ ਹੈ? ਕਿਹਦੇ ਨਾਲ ਤੁਸੀਂ ਕਰਿਆ, ਫੋਨ ਤੇ ਗੱਲ ਹੋਈ ਜਾਂ ਕਿਹਦੇ ਨਾਲ ਕੰਟੈਕਟ ਹੋਇਆ? ਹਾਂਜੀ ਉਸ ਤੋਂ ਬਾਅਦ ਮੈਨੂੰ ਇੱਕ ਇਹਨਾਂ ਦੇ ਦੋਸਤ ਆ ਗਏ, ਮੈਂ ਤਾਂ ਜਾਣਦੀ ਨਹੀਂ ਗੀ, ਇੱਥੋਂ ਆਪਣੇ ਫਰੀਦਕੋਟ ਇਲਾਕੇ ਦੇ ਹੀ ਹੈਗੇ ਰਾਜਨਵੀਰ ਜੀ। ਹਾਂਜੀ ਉਹਨਾਂ ਨੇ ਆਪਣੇ ਜੀਜਾ ਜੀ ਨੂੰ ਫੋਨ ਕੀਤਾ, ਉਹਨਾਂ ਨੂੰ ਮੇਰਾ ਨੰਬਰ ਦਿੱਤਾ, ਕਹਿੰਦੇ ਵੀ ਐਂ ਕਰਕੇ ਜਸਵਿੰਦਰ ਕਬੱਡੀ ਕਮੈਂਟੇਟਰ ਆ, ਉਹ ਮੇਰਾ ਦੋਸਤ ਆ ਗਈ, ਉਹਨਾਂ ਦੀ ਵਾਈਫ ਉਹਨਾਂ ਦਾ ਬੱਚਾ ਘਰੇ ਇਕੱਲੇ ਆ, ਵੀ ਉਹ ਦਿੱਲੀ ਤਿਹਾੜ ਜੇਲ੍ਹ ਵਿੱਚ ਫੜੇ ਗਏ ਹੈਗੇ, ਵੀ ਆਪਾਂ ਉਹਨਾਂ ਦੀ ਮਦਦ ਕਰਨੀ ਹੈ। ਉਸ ਤੋਂ ਬਾਅਦ ਉਸ ਮੇਰੇ ਵੀਰੇ ਨੇ ਮੈਨੂੰ ਵੀ, ਗੁਰਦਰਸ਼ਨ ਸਿੰਘ ਢਿੱਲੋਂ ਉਹਨਾਂ ਦਾ ਨਾਮ ਹੈਗਾ, ਦਿੱਲੀ ਦੇ ਰਹਿਣ ਵਾਲੇ ਆ, ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ, ਇਸ ਟਾਈਮ ਵੀ ਮੇਰੀ ਮਦਦ ਕਰ ਰਹੇ ਆ। ਮੈਨੂੰ ਉਹਨਾਂ ਨੇ ਕਿਹਾ ਵੀ ਭੈਣੇ ਮੈਂ ਤੇਰੇ ਨਾਲ ਇੱਕ ਭੈਣ ਭਰਾ ਵਾਲਾ ਰਿਸ਼ਤਾ ਬਣਾ ਲਿਆ, ਵੀ ਉਦੋਂ ਉੱਤੇ ਤਾਂ ਕੋਈ ਰਿਸ਼ਤਾ ਨਹੀਂ ਹੁੰਦਾਗਾ, ਵੀ ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਨਾਲ ਖੜਾਂਗਾ, ਵੀ ਤੂੰ ਡਰਨਾ, ਮੈਂ ਤੇਰੇ ਨਾਲ ਆ। ਉਸ ਤੋਂ ਬਾਅਦ ਵੀਰੇ ਮੈਨੂੰ ਵੀ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਵੀ ਮੇਰਾ ਹਸਬੈਂਡ ਵੀ ਜੇਲ੍ਹ 'ਚ ਆ, ਮੈਂ ਇਕੱਲੀ ਆ। ਮੈਂ ਸੋਚਿਆ ਵੀ ਅੱਜ ਮੇਰਾ ਭਰਾ ਮੇਰੇ ਨਾਲ ਖੜਾਗਾ, ਵੀ ਇੱਕ ਦਿਨ ਜ਼ਰੂਰ ਮੈਨੂੰ ਮੇਰੇ ਹਸਬੈਂਡ ਦੇ ਨਾਲ ਮਿਲਾਊਗਾ। ਜੀ ਜੀ। ਜਿਸ ਦਿਨ ਸਾਡੇ ਸਹਿਯੋਗੀ ਨੇ ਤੁਹਾਡੀ ਇੰਟਰਵਿਊ ਕੀਤੀ ਹੈ ਫੋਨ ਦੇ ਉੱਤੇ, ਗੱਲਬਾਤ ਤੁਸੀਂ ਦੱਸਿਆ, ਉਸ ਦਿਨ ਬਹੁਤ ਟੈਨਸ਼ਨ ਦੇ ਵਿੱਚ ਸੀਗੇ ਤੁਸੀਂ? ਹਾਂਜੀ ਉਸ ਤੋਂ ਪਹਿਲਾਂ ਵੀਰ ਜੀ ਮੈਨੂੰ ਪੁੱਛਿਆ ਕਿਸੇ ਨੇ ਨਹੀਂ ਸੀਗਾ ਜੀ। ਹਾਂਜੀ ਤਾਂ ਕਰਕੇ ਮੇਰਾ ਮਨ ਬਹੁਤ ਉਦਾਸ ਸੀ, ਕਿਉਂਕਿ ਵੀ ਮੈਂ ਘਰ ਵਿੱਚ ਇਕੱਲੀ ਹਾਂ, ਸਾਡੇ ਕੋਲੇ ਕੋਈ ਜ਼ਮੀਨ ਨਹੀਂ, ਕੋਈ ਪੈਸਾ ਨਹੀਂ, ਵੀ ਮੈਂ ਉਹ ਇੱਕ ਸਾਡੇ ਵੀ ਇੰਨੀ ਦੂਰ ਉਹਨੂੰ ਲੈ ਗਿਆ, ਵੀ ਮੈਂ ਕਿਹਦਾ ਸਹਾਰਾ ਲਵਾਂਗੀ, ਕਿਵੇਂ ਉਹਨੂੰ ਛੁਡਾ ਕੇ ਲੈ ਕੇ ਆਉਂਗੀ, ਵੀ ਹੋ ਸਕਦਾ ਵੀ ਪਤਾ ਨਹੀਂ, ਵੀ ਮੈਨੂੰ ਐਂ ਡਰ ਗਈ ਸੀ ਵੀ ਸਾਰੀ ਉਮਰ ਹੀ ਮੈਂ ਆਪਣੇ ਬੱਚੇ ਨੂੰ ਇਕੱਲਿਆਂ ਹੀ ਰੱਖੂੰਗੀ। ਹਾਂਜੀ ਹੁਣ ਤਾਂ ਚੜ੍ਹਦੀ ਕਲਾ ਚੋਂ, ਹੁਣ ਤਾਂ ਠੀਕ ਹੈ ਸਾਰਾ ਕੁਝ? ਹਾਂਜੀ ਸਰ ਜੀ ਹੁਣ ਤਾਂ ਬਹੁਤ ਖੁਸ਼ੀ ਹੈ, ਮੈਨੂੰ ਪੂਰਾ ਮਾਣ ਆ, ਆਪਣੇ ਹਸਬੈਂਡ ਤੇ ਵੀ ਮਾਣ ਹੈਗਾ, ਆਪਣੇ ਭਰਾਵਾਂ ਤੇ ਮਾਣ ਆ ਜੀ, ਜਿਨ੍ਹਾਂ ਨੇ ਸਾਡੀ ਇੰਨੀ ਮਦਦ ਕੀਤੀ ਹੈ ਜੀ। ਇਹਦੇ ਦੋਸਤ ਵੀ ਬਹੁਤ ਆ ਕੇ ਮਿਲਦੇ ਆ, ਬਾਕੀ ਇਹਦੇ ਹੋਰ ਜਾਣ ਪਹਿਚਾਣ ਵਾਲੇ ਵੀ ਬਹੁਤ ਮੈਨੂੰ ਹੌਸਲਾ ਦਿੰਦੇ ਆ, ਤੇ ਹੁਣ ਮੈਂ ਬਹੁਤ ਖੁਸ਼ ਹਾਂ ਜੀ। ਹਲੇ ਭੁਪਿੰਦਰ ਸਿੰਘ ਜੀ ਭੁੱਲਰ ਹੋ ਰਹੀਆਂ, ਜਿਹੜੇ ਕਾਲਕਾ ਸਾਹਿਬ, ਮਨਜਿੰਦਰ ਸਿੰਘ ਜੀ ਸਰਸਾ ਸਾਹਿਬ, ਜਿਹੜੇ ਕਿ ਕਿਸਾਨੀ ਹੱਕਾਂ ਦੇ ਲਈ ਜੰਗ ਲੜ ਰਹੇ ਨੇ, ਤੇ ਨਾਲ ਉਹਨਾਂ ਪੂਰੀ ਦੀ ਪੂਰੀ ਐਡਵੋਕੇਟ ਟੀਮ। ਮੈਂ ਉਹਨਾਂ ਦਾ ਨਾਂ ਨਹੀਂ ਸਾਰੇ ਐਡਵੋਕੇਟਸ ਦਾ ਜਾਣਦਾ, ਪਰ ਜਿਹੜੇ ਪੜ੍ਹੇ ਲਿਖੇ ਨੌਜਵਾਨ ਯੁਵਾ, ਜਿਨ੍ਹਾਂ ਨੇ ਐਡਵੋਕੇਟਾਂ ਨੇ ਸਾਨੂੰ ਖਾਸ ਤੌਰ 'ਤੇ ਦਿਲੋਂ ਦੱਸ ਦਿੱਤਾ ਵੀ ਜੇ ਉਹ ਕਿਸਾਨੀ ਦੇ ਨਾਲ ਨੇ ਨਾ, ਕਾਨੂੰਨ ਦੀ ਕੋਈ ਤਾਕਤ ਨਹੀਂ ਕਿਸੇ ਤਰ੍ਹਾਂ ਦੀ, ਕਿਸੇ ਗਲਤ ਸਜ਼ਾ ਦੇ ਵਿੱਚ ਕਿਸੇ ਕਿਸਾਨ ਨੂੰ ਫਸਾ ਦੇਣਗੇ। ਸੋ ਐਡਵੋਕੇਟਾਂ ਦਾ ਵੀ ਦਿਲੋਂ ਧੰਨਵਾਦ ਆ, ਜਿਨ੍ਹਾਂ ਨੇ ਹਰ ਇੱਕ ਤਨਦੇਹੀ ਦੇ ਨਾਲ ਮਿਹਨਤਾਂ ਜਿਹੜੀਆਂ ਕੀਤੀਆਂ, ਬੜੀਆਂ ਮਿਹਨਤਾਂ ਕੀਤੀਆਂ, ਪੜ੍ਹੇ ਲਿਖੇ ਨੌਜਵਾਨ ਨੇ, ਯੰਗ ਏਜ ਦੇ ਨੇ। ਮੇਰੇ ਖਿਆਲ ਜਸਪ੍ਰੀਤ ਜੀ ਨਾਂ ਕੀ ਉਹਦਾ? ਹਰਪ੍ਰੀਤ ਰਾਏ ਔਰ 3-4 ਵਕੀਲਾਂ ਦਾ ਪੈਨਲ ਸੀ, ਕਾਲੋਂ ਸਾਹਿਬ ਸੀਗੇ ਮੇਰਾ ਖਿਆਲ ਆ, ਵੀ ਉਹਨਾਂ ਨੇ ਬੜਾ ਸਾਨੂੰ ਤਸੱਲੀ ਦਿੱਤੀ। ਸਾਨੂੰ ਮਾਣ ਆ ਵੀ ਇਹੋ ਜਿਹੇ ਯੰਗ ਏਜ ਦੇ ਵਕੀਲ ਆ ਜਿਹੜੇ ਕਿਸਾਨੀ ਦੇ ਨਾਲ ਨੇ। ਜੀ ਜੀ। ਇੱਕ ਖਾਸ ਤੌਰ ਦੇ ਉੱਤੇ ਜਦੋਂ ਤੁਸੀਂ ਇੱਥੇ ਪਿੰਡ ਆਏ ਹੋ, ਗਿੱਦੜਬਾਹੇ ਤੋਂ ਬੜਾ ਤੁਹਾਡਾ ਸਵਾਗਤ ਹੋਇਆਗਾ, ਪਿੰਡ ਛੱਡ ਕੇ ਗਏ ਆ, ਉਹ ਚੀਜ਼ ਸੋਚੀ ਸੀ ਵੀ ਐਂ ਹੋਊਗਾ ਜਾਂ ਐਂ? ਨਾ ਜੀ ਬਿਲਕੁਲ ਇਹ ਚੀਜ਼ ਦਾ ਸੋਚਿਆ ਵੀ ਨਹੀਂ ਸੀਗਾ। ਅਸੀਂ ਤਾਂ ਸੋਚਿਆ ਸੀਗਾ ਵੀ ਵੱਡਿਆਂ ਲੋਕਾਂ ਹੀ ਕਰਦੇ ਆ, ਵੱਡੇ ਲੋਕ ਹੀ ਕਰਦੇ ਆ ਜਿਹੜਾ ਕੁਝ ਕਰਦੇ ਆ। ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਿਨ੍ਹਾਂ ਨੇ ਮੇਰਾ ਵੀਰ ਆਬੇ ਸਿੰਘ ਢਿੱਲੋਂ ਗਿੱਦੜਵਾ ਤੋਂ, ਉਹਨਾਂ ਨੇ ਵੀ ਮੈਨੂੰ ਬਹੁਤ ਸਪੋਰਟ ਦਿੱਤੀ, ਮੇਰੇ ਸਿਰ ਤੇ ਹਮੇਸ਼ਾ ਹੱਥ ਰੱਖਿਆ। 5-5 ਮਿੰਟਾਂ ਬਾਅਦ ਮੈਨੂੰ ਫੋਨ ਕਰਕੇ ਪੁੱਛਦੇ ਰਹੇ ਆ ਵੀ ਦੀਦੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ, ਦੀਦੀ ਤੈਨੂੰ ਪੈਸੇ ਦੀ ਜ਼ਰੂਰਤ ਤਾਂ ਨਹੀਂ, ਤੇਰੇ ਨਾਲ ਆ। ਪਰ ਉਹਨਾਂ ਨੇ ਬਹੁਤ ਮਦਦ ਕੀਤੀ। ਇੱਕ ਮੇਰੇ ਅੰਕਲ ਜੀ ਹੈਗੇ ਸਰਦਾਰ ਮੇਜਰ ਸਿੰਘ ਕੈਨੇਡਾ, ਤੇ ਜਲੰਧਰ ਸਿੰਘ ਕੈਨੇਡਾ, ਤੇ ਕਰਮਜੀਤ, ਉਹਨਾਂ ਦੇ ਨਾਮ ਮੈਨੂੰ ਯਾਦ ਨਹੀਂ, ਕਰਮਾ ਵੀਰ ਜੀ। ਹਾਂਜੀ ਉੱਥੋਂ ਹੋਰ ਵੀ ਕਾਫੀ ਕੈਨੇਡਾ ਤੋਂ ਮੈਨੂੰ ਬਹੁਤ ਫੋਨ ਆਉਂਦੇ ਸੀ, ਪਰ ਜਿਹੜੇ ਮੇਰੇ ਅੰਕਲ ਜਲੰਧਰ ਸਿੱਧੂ ਆ, ਉਹਨਾਂ ਨੇ ਮੈਨੂੰ ਇਹ ਨਹੀਂ ਮੈਨੂੰ ਮਹਿਸੂਸ ਹੋਣ ਦਿੱਤਾ ਵੀ ਤੂੰ ਵੀਰਪਾਲ ਇਕੱਲੀ ਆ ਘਰ ਵਿੱਚ। ਉਹਨਾਂ ਨੇ ਮੈਨੂੰ ਉੱਥੇ ਦਿਨ ਹੁੰਦਾ ਸੀ, ਆਪਣੇ ਰਾਤ ਹੁੰਦੀ ਸੀ, ਫਿਰ ਵੀ ਉਹਨਾਂ ਨੇ ਮੇਰਾ ਤੇ ਮੇਰੇ ਬੱਚੇ ਦਾ ਬਹੁਤ ਖਿਆਲ ਰੱਖਿਆ। ਮੈਨੂੰ ਐਂ ਨਹੀਂ ਉਹਨਾਂ ਨੇ ਮਹਿਸੂਸ ਹੋਣ ਦਿੱਤਾ ਮੈਂ ਇਕੱਲੀ ਆ, ਮੈਨੂੰ ਐਂ ਲੱਗਦਾ ਵੀ ਮੇਰਾ ਮਾਂ ਪਿਓ ਉਹੀ ਆ ਜੀ। ਇੱਕ ਜਸਵਿੰਦਰ ਹੋਰ ਵੀ ਗੱਲ ਹੈ, ਜਦੋਂ ਆਪਾਂ ਪਹਿਲਾਂ ਮੁਲਾਕਾਤ ਕੀਤੀ ਸੀਗੀ, ਚਲੋ ਉਦੋਂ ਸੰਘਰਸ਼ਦਾਨੀ ਸੀ, ਉਦੋਂ ਆਪਾਂ ਕਬੱਡੀ ਰਿਲੇਟਡ ਜਦੋਂ ਮੁਲਾਕਾਤ ਇੱਕ ਪ੍ਰੋਗਰਾਮ ਆਪਣਾ ਚੱਲਦਾ ਗਾ ਉਹਦੇ 'ਚ ਕੀਤੀ ਸੀ, ਉਦੋਂ ਵੀ ਮੈਡਮ ਬੜੇ ਇਮੋਸ਼ਨਲ ਹੋ ਗਏ ਸੀਗੇ, ਹੈ ਨਾ। ਪਰ ਹੁਣ ਜਦੋਂ ਲੋਕ ਖੜੇ ਆ ਔਖੇ ਟਾਈਮ ਤੇ, ਜਿਹੜਾ ਖੜਦਾ ਹੈਗਾ ਤਾਂ ਪਤਾ ਲੱਗ ਜਾਂਦਾ ਵੀ ਸਾਡਾ ਰੱਬ ਇਹੀ ਆ। ਹੁਣ ਤਾਂ ਤਸੱਲੀ ਆ, ਠੀਕ ਹੋ ਸਾਰਾ ਕੁਛ, ਪਰ ਜਦੋਂ ਬੰਦਾ ਇਮੋਸ਼ਨਲ ਹੁੰਦਾ ਗਾ ਜਾਂ ਥੋੜ੍ਹਾ ਜਿਹਾ ਹੁੰਦਾ, ਭਾਵੁਕ ਹੋ ਜਾਂਦਾ ਬੰਦਾ, ਮਨ ਭਰਿਆ ਆਉਂਦਾ ਗਾ। ਹਾਂਜੀ ਇਹ ਤਾਂ ਗੱਲ ਸੱਚੀ ਗੱਲ। ਹੁਣ ਤਸੱਲੀ ਆ, ਪਹਿਲਾਂ ਸੋਚਦੇ ਸੀ ਯਾਰ ਇਕੱਲੇ ਜੇ ਆ ਕੌਣ ਪੁੱਛੇਗਾ, ਪਰ ਹੁਣ ਜਦੋਂ ਪੂਰਾ ਪੰਜਾਬ ਦੇ NRIs ਜਾਂ ਕੁਝ ਹੋਰ ਮੰਨ ਲਾ ਵੀ ਪੰਜਾਬ ਦੇ ਜਿਹੜੇ ਬੁੱਧੀਜੀਵੀ ਲੋਕ ਨੇ, ਜਿਨ੍ਹਾਂ ਨੂੰ ਪਤਾ ਇਹਨਾਂ ਚੀਜ਼ਾਂ ਬਾਰੇ, ਨੌਲੇਜ ਰੱਖਦੇ ਨੇ, ਉਹ ਨਾਲ ਖੜੇ ਨੇ, ਤਾਂ ਕਾਹਦਾ ਡਰਨਾ। ਜਿਵੇਂ ਕਹਿੰਦੇ ਗੁਰੂ ਜੀ ਦੇ ਮਹਾਰਾਜ ਦੇ ਵਚਨ ਨੇ, ਜਾਂ ਤੂੰ ਮੇਰੇ ਵੱਲ ਹੈ ਤੂੰ ਕਿਆ ਮੋਸ਼ਨ ਦਾ, ਮੈਂ ਸਭ ਕੁਝ ਆਪਣਾ ਸੌਂਪਤਾ ਤੇ ਤੇਰਾ ਬੰਦਾ। ਜੀ ਜੀ। ਇੱਥੇ ਮੈਂ ਵੀ ਦਰਸ਼ਕਾਂ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹੂੰਗਾ। ਚਲੋ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਪਰਦੇ ਦੇ ਪਿੱਛੇ ਦੀਆਂ ਹੁੰਦੀਆਂ, ਉਹਨਾਂ 'ਚੋਂ ਪਰਦੇ ਦੀ ਪਿੱਛੇ ਦੀ ਇੱਕ ਗੱਲ ਇਹ ਆ ਵੀ ਟਿੱਕਰੀ ਸਟੇਜ ਜਿਹੜੀ ਜਿੱਧਰ ਸੰਯੁਕਤ ਮੋਰਚੇ ਦੀ ਸਟੇਜ ਸੀ, ਉੱਥੇ ਲਗਾਤਾਰ ਜਸਵਿੰਦਰ ਦੀ ਐਜ਼ ਏ ਵਲੰਟੀਅਰ ਤੁਸੀਂ ਹੁੰਦੇ ਸੀ, ਆਪਾਂ ਮਿਲਦੇ ਰਹੇ ਹਾਂ ਉੱਥੇ ਐਜ਼ ਏ ਵਲੰਟੀਅਰ, ਇਹਨਾਂ ਦੀ ਡਿਊਟੀ ਲੱਗੀ ਹੁੰਦੀ ਸੀ ਸਟੇਜ ਦੇ ਮੂਹਰੇ। ਅਸੀਂ ਬਹੁਤ ਵਾਰ
ਮਿਲੇ ਵੀ ਉੱਥੇ, ਆਪਾਂ ਇੱਕ ਇੰਟਰਵਿਊ ਵੀ ਕੀਤਾ ਸੀਗਾ ਹਨਾ। ਤੇ ਉਸ ਤੋਂ ਪਹਿਲਾਂ ਵੀ ਜਦੋਂ ਤੁਸੀਂ ਇੱਥੇ ਆਪਣੇ ਫੂਲ ਪਿੰਡ ਆਏ ਸੀ ਉਦੋਂ ਵੀ ਆਪਣਾ ਇੱਕ ਇੰਟਰਵਿਊ ਹੋਇਆ ਸੀ ਜਿਸ ਦਿਨ ਜੋਗਰਾਜ ਸਿੰਘ ਆਉਂਦੇ ਨੇ। ਸੋ ਇਹ ਉਹ ਲੋਕ ਨੇ ਜਿਹੜੇ ਇੱਦਾਂ ਨਹੀਂ ਵੀ ਇਹ ਦਿੱਲੀ ਗਏ ਜਾਂ ਇਹ 26 ਲਈ ਗਏ, ਇਹ ਬਹੁਤ ਲੰਬੇ ਸਮੇਂ ਤੋਂ ਇਹ ਸੰਘਰਸ਼ ਦਾ ਹਿੱਸਾ ਨੇ। ਰਤਨ ਜੀ, ਮੈਂ ਪਹਿਲੇ ਦਿਨ ਜਦੋਂ ਰੇਲਾਂ ਰੁਕ ਜਾਂ ਕਿਸੇ ਦਿਨ ਪਹਿਲੇ ਦਿਨ ਦਾ ਸੰਘਰਸ਼ ਵਿੱਢਾ 24 ਨੂੰ ਜਾਂ ਪਹਿਲੀ ਜਿਹੜੀ ਸਾਡੀ ਇੱਕ ਰੈਲੀ ਹੁੰਦੀ ਹੈ ਜ਼ਿਲ੍ਹੇ ਮੁਕਤਸਰ ਦੇ ਵਿੱਚ ਉਦੇ ਕਰਨ ਚੌਂਕ ਦੇ ਵਿੱਚ ਖੜ੍ਹ ਕੇ, ਉਸ ਰੈਲੀ ਤੋਂ ਆਪਣੇ ਬੱਚੇ ਨੂੰ ਨਾਲ ਲੈ ਕੇ ਉਹਦੇ ਨਾਲ ਤੁਰਿਆ ਵਾਂ ਜੀ। ਯਾਨੀ ਕਿ 26 ਨਵੰਬਰ ਸੀ ਮੇਰਾ ਖਿਆਲ ਪਹਿਲੀ ਵਾਰ ਜਿਹੜਾ ਪੰਜਾਬ ਦੇ ਵਿੱਚੋਂ ਜਦੋਂ ਸ਼ੁਰੂ ਉਦੋਂ ਦੇ ਚੱਲਿਆ ਨਾਲ। ਜੀ। ਸੋ ਇਹ ਉਹ ਗਰਾਊਂਡ ਰਿਪੋਰਟਾਂ ਗੀਆਂ ਜਿੱਥੋਂ ਸਾਨੂੰ ਅਸਲੀਅਤ ਦਾ ਵੀ ਪਤਾ ਲੱਗਦਾ, ਤੇ ਖਾਸ ਤੌਰ ਦੇ ਉੱਤੇ ਜਿਹੜਾ ਜਸਵਿੰਦਰ ਜਿਸ ਮੁੰਡੇ ਨੂੰ ਛਡਾਉਣ ਗਏ ਜਾਂ ਜਿਸ ਮੁੰਡੇ ਦੀ ਭਾਲ ਦੇ ਵਿੱਚ ਗਏ, ਅਸੀਂ ਉਸ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਸੀ। ਉਹਨਾਂ ਨੇ ਵੀ ਸਾਨੂੰ ਜਸਵਿੰਦਰ ਬਾਰੇ ਦੱਸਿਆ ਸੀ ਵੀ ਇੱਦਾਂ ਕਰਕੇ ਇੱਕ ਕਮੈਂਟੇਟਰ ਆ, ਉਹ ਵੀ ਸਾਡੇ ਬੱਚੇ ਨੂੰ ਲੱਭਣ ਦੇ ਖਾਤਰ ਗਿਆ ਸੀ। ਇਹ ਪਰਦੇ ਦੇ ਪਿੱਛੇ ਦੀਆਂ ਜਾਂ ਆਪਾਂ ਕਹਿ ਦਈਏ ਇਹ ਗਰਾਊਂਡ ਦੀ ਹਕੀਕਤ ਆ, ਜਿੱਥੋਂ ਸਾਨੂੰ ਪਤਾ ਲੱਗਦਾ ਗਾ ਵੀ ਇਹ ਲੋਕ ਕੌਣ ਨੇ ਜਾਂ ਇਹ ਲੋਕ ਉੱਥੇ ਕਿਵੇਂ ਪਹੁੰਚੇ ਤੇ ਉਸ ਤੋਂ ਬਾਅਦ ਕਿਹੜੇ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ। ਜਸਵਿੰਦਰ, ਜਾਂਦੇ ਹੋਏ ਕੁਝ ਹੋਰ ਕਹਿਣਾ ਚਾਹੋਗੇ, ਕੋਈ ਹੋਰ ਗੱਲਬਾਤ ਹੋਵੇ? ਬਸ ਇਹੀ ਮੇਰੀ ਬੇਨਤੀ ਹੈ ਵੀ ਜਥੇਬੰਦੀਆਂ ਨੂੰ ਖਾਸ ਤੌਰ ਤੇ ਬੇਨਤੀ ਹੈ ਵੀ ਇਹ ਜਿਹੜੀ ਬਿਆਨ ਆ ਜਿਹੜਾ ਸੋਚ ਸਮਝ ਕੇ ਦਿਆ ਕਰੋ। ਅਸੀਂ ਕਿਸਾਨ ਹੈ ਜੀ, ਜਿਹੜਾ ਵੀ ਤੁਸੀਂ ਬਿਆਨ ਦਿੰਦੇ ਹੋ ਅਸੀਂ ਜਥੇਬੰਦੀਆਂ ਦੇ ਨਾਲ ਆ, ਨਾ ਕਿਸੇ ਪਾਸੇ ਭਟਕਣ ਵਾਲੇ ਆ। ਹਾਂ, ਸਾਨੂੰ ਜਿਹੜਾ ਇਹ ਨਾ ਸੋਚੋ ਵੀ ਅਸੀਂ ਉੱਧਰ ਚਲੇ ਗਏ, ਸਾਨੂੰ ਭਟਕਾ ਕੇ ਦਿੱਤਾ ਗਿਆ। ਯਾਨੀ ਕਿ ਸਾਨੂੰ ਜੇ ਟਾਰਗੇਟ ਜੇ ਸਾਹਮਣੇ ਸਾਡਾ ਟਾਰਗੇਟ ਦਿਖਦਾ ਹੀ, ਪਰ ਉਸ ਟਾਰਗੇਟ ਨੂੰ ਪੱਟ ਕੇ ਦੂਜੇ ਪਾਸੇ ਚਲੋ ਤੇ ਲੋਕ ਜਿਹੜੇ ਬਿਆਨਬਾਜ਼ੀ ਤੋਂ ਇਹਨਾਂ ਚੀਜ਼ਾਂ ਤੋਂ ਬਚਣ। ਤੇ ਨਾਲ ਮੈਂ ਇੱਕ ਬੇਨਤੀ ਕਰਾਂ, ਸੰਘਰਸ਼ ਦਾ ਹਿੱਸਾ ਜ਼ਰੂਰ ਬਣਨ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਲੋੜ ਪੈਣੀ ਆ। ਅੰਦੋਲਨ ਦੇ ਵਿੱਚ ਜਾਓ, ਸਰਕਾਰ ਨੂੰ ਮਜਬੂਰ ਕਰੋ ਵੀ ਹੱਥ ਬੰਨ੍ਹ ਕੇ ਟੇਬਲ ਦੇ ਉੱਤੇ ਬਹਿ ਕੇ ਗੱਲ ਕਰੋ ਸਾਡੇ ਨਾਲ, ਸਰਕਾਰ ਨੂੰ ਇਹ ਬਿੱਲ ਵਾਪਸ ਕਰਵਾਓ ਜ਼ਰੂਰ। ਜੇ ਨਾ ਬਿੱਲ ਵਾਪਸ ਹੋਏ ਤੇ ਆਪਣਾ ਯਾਨੀ ਕਿ ਸਮਾਂ ਉਦੋਂ ਵੀ ਖਤਰਨਾਕ ਹੋਵੇਗਾ। ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਦੱਸੋ ਜੀ, ਬਸ ਕੁਝ ਕਹਿਣਾ ਹੋਵੇ ਜਾਂ ਜਿਹੜੇ ਹਜੇ ਲੋਕ ਅੰਦਰ ਨੇ ਉਹਨਾਂ ਦੇ ਪਰਿਵਾਰ ਨੂੰ ਕੁਝ, ਕਿਉਂਕਿ ਤੁਸੀਂ ਉਹ ਚੀਜ਼ ਦੇਖੀ ਆ, ਕਿਉਂਕਿ ਜਦੋਂ ਪਰਿਵਾਰ ਦੇ ਵਿੱਚ ਕੋਈ ਘਰੇ ਇਕੱਲਾ ਹੁੰਦਾ ਗਾ ਤਾਂ ਉਹ ਚੀਜ਼ ਹੋਰ ਹੁੰਦੀ ਆ। ਜਿੱਥੇ ਇਹ ਸੀਗੇ ਤਿਹਾੜ ਜੇਲ੍ਹ ਦੇ ਵਿੱਚ, ਉੱਥੇ ਚਲੋ ਇਹਨਾਂ ਦੇ ਨਾਲ ਲੋਕ ਤਾਂ ਸੀਗੇ ਨਾ, ਆਪਣੇ ਪੰਜਾਬ ਦੇ ਤਾਂ ਸੀਗੇ, ਪਰ ਤੁਹਾਨੂੰ ਪਤਾ ਨਹੀਂ ਸੀ ਕਿੱਥੇ ਆ ਕਿਵੇਂ ਆ। ਹਾਂਜੀ ਵੀਰ ਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਮੇਰੇ ਭਰਾ ਹੋਰ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ, ਉਹਨਾਂ ਦੇ ਮਾਪਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਇਹ ਕਹਿਣੀ ਵੀ ਤੁਸੀਂ ਡਰੋ ਨਾ। ਸਾਰੇ ਵੀਰ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਤੁਹਾਡੇ ਨਾਲ ਹੈ। ਜਿੱਥੇ ਮੋਰਚੇ ਦੇ ਵਕੀਲ ਐਡਵੋਕੇਟਸ ਲੱਗੇ ਹੋਏ ਨੇ ਜਿਹੜੇ ਹਾਂਜੀ, ਵਕੀਲ ਐਡਵੋਕੇਟਸ ਸਾਰੇ ਲੱਗੇ ਹੋਏ ਨੇਗੇ, ਕਿਉਂਕਿ ਉਹ ਸਮਾਂ ਦੂਰ ਨਹੀਂ ਜਦੋਂ ਆਪਣੇ ਸਾਰੇ ਭਰਾ ਘਰੇ ਵਾਪਸ ਆਉਣਗੇ। ਉਹ ਬਹੁਤ ਮਦਦ ਕਰ ਰਹੇ ਹੈਗੇ, ਡਰਨ ਦੀ ਕੋਈ ਲੋੜ ਨਹੀਂ ਗੀ। ਕਿਉਂਕਿ ਨਾਲ ਇੱਕ ਸਾਡੀ ਬੇਨਤੀ ਇੱਕ ਹੋਰ ਆ ਵੀ ਜਿੰਨੇ ਵੀ ਸਾਡੇ ਤੇ ਜਿਹੜੇ ਕੇਸ ਪਏ ਹੋਏ ਨੇ ਜ਼ਿਆਦਾਤਰ ਉਹਨਾਂ ਨੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਸਾਡਾ ਸਾਥ ਕਿਤੇ ਇੱਥੋਂ ਤੱਕ ਹੀ ਸੀਮਿਤ ਨਾ, ਸਾਡਾ ਸਾਥ ਛੱਡੋ ਨਾ। ਜੇ ਤੁਸੀਂ ਸਾਡਾ ਸਾਥ ਇਸ ਤਰ੍ਹਾਂ ਦੀਆਂ ਗੱਲਾਂ ਛੱਡ ਗਏ, ਸਾਡੇ ਤੇ ਕੇਸ ਪੈ ਕੇ ਅਸੀਂ ਸਾਰੀ ਜ਼ਿੰਦਗੀ ਅਸੀਂ ਜੇਲ੍ਹਾਂ ਦੇ ਵਿੱਚ ਛੜਾਂਗੇ। ਇਹ ਗੱਲ ਕੋਈ ਸ਼ੱਕ ਨਹੀਂ ਇਹਦੇ ਵਿੱਚ, ਜੇ ਤੁਸੀਂ ਅੱਜ ਸਾਡਾ ਮੌਕੇ ਦੇ ਉੱਤੇ ਹੱਥ ਛੱਡਦੇ ਹੋ ਤਾਂ। ਜੀ। ਸੋ ਇਹ ਇੱਕ ਗਰਾਊਂਡ ਰਿਪੋਰਟ ਸੀ, ਇੱਕ ਮੁਲਾਕਾਤ ਸੀ ਜਸਵਿੰਦਰ ਆਸਾ ਬੁੱਟਰ ਤੇ ਇਹਨਾਂ ਦੇ ਪਰਿਵਾਰ ਦੇ ਨਾਲ ਜੋ ਆਏ ਨੇ ਜ਼ਮਾਨਤ ਦੇ ਉੱਤੇ। ਤੇ ਇੱਕ ਚੀਜ਼ ਇੱਥੇ ਮੈਂ ਹੋਰ ਵੀ ਕਹਿਣੀ ਚਾਹੂੰਗਾ, ਚਾਹੇ ਕੋਈ ਪੋਲੀਟੀਕਲ ਪਾਰਟੀ ਦੇ ਨਾਲ ਸੰਬੰਧ ਰੱਖਦਾ ਗਾ, ਜਿਵੇਂ ਇਹਨਾਂ ਨੂੰ ਵੀ ਇੱਥੇ ਸ਼ਾਇਦ ਡਿੰਪੀ ਢਿੱਲੋਂ, ਸਨੀ ਢਿੱਲੋਂ, ਉਹਨਾਂ ਦਾ ਕਾਫਲਾ ਨਿਕਲਿਆ ਗਾ। ਹਾਂਜੀ। ਬੜੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਵੀ ਉੱਪਰ ਉੱਠ ਕੇ, ਚਲੋ ਸਾਰਾ ਕੁਛ ਆ, ਪੋਲੀਟੀਕਲ ਸਿਸਟਮ ਵੀ ਆ, ਸਭ ਕੁਛ ਆ, ਪਰ ਬੜੇ ਲੋਕਾਂ ਨੇ ਮਨਜਿੰਦਰ ਸਿੰਘ ਸਿਰਸਾ ਤੇ ਵੀ ਬੜੀ ਇਹ ਬੈਕ ਸਟੇਜ ਚਰਚਾ ਚੱਲਦੀ ਆ ਵੀ ਇੱਦਾਂ ਦਾ ਕੁਛ। ਪਰ ਜਿਹੜੀ ਗੱਲ ਚੰਗੀ ਆ ਉਹ ਚੰਗੀ ਆ, ਉਹਦੀ ਸਲਾਹਿਤਾ ਵੀ ਹੋਣੀ ਚਾਹੀਦੀ ਆ। ਇੱਕ ਬਹੁਤ ਵਧੀਆ ਕਦਮ ਚੁੱਕਿਆ ਗਾ ਉਹਨਾਂ ਦੇ ਪੈਨਲ ਨੇ, ਜਿਹੜੇ ਕਿਸਾਨ ਜਥੇਬੰਦੀਆਂ ਦਾ ਪੈਨਲ ਆ, ਉਹਦੇ ਨਾਲ ਸਾਰਾ ਰਲ ਕੇ ਇਹ ਇੱਕ ਟੀਮ ਵਰਕ ਦੇ ਤੌਰ ਦੇ ਉੱਤੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਬਾਹਰ ਕਢਾ ਰਹੇ ਆ, ਜ਼ਮਾਨਤਾਂ ਦੇ ਰਹੇ ਆ, ਤੇ ਬਹੁਤ ਚੰਗੀ ਗੱਲ ਆ। ਕੱਲ੍ਹ ਵੀ ਜੇ ਅਸੀਂ ਦੇਰ ਰਾਤ ਦੀ ਗੱਲ ਕਰਦੇ ਹਾਂ ਤਾਂ 8-10 ਮੁੰਡੇ ਬਾਹਰ ਆਏ ਆ, ਜਿਨ੍ਹਾਂ ਦੇ ਵਿੱਚੋਂ ਬੰਨਾ ਵਾਲੇ ਦਾ ਮੁੰਡਾ ਗਾ, ਬੰਗੀ ਨਿਹਾਲ ਸਿੰਘ ਵਾਲੇ, ਹੋਰ ਹਰਿਆਣੇ ਦੇ ਮੁੰਡੇ ਨੇ। ਤਾਂ ਇੱਦਾਂ ਹੀ ਇਹ ਪ੍ਰੋਸੀਜਰ ਜਾਰੀ ਆ। ਅਸੀਂ ਹੋਰ ਇੱਦਾਂ ਦੀਆਂ ਜਿਹੜੀਆਂ ਮੁਲਾਕਾਤਾਂ ਉਹ ਲੈ ਕੇ ਤੁਹਾਡੇ ਸਨਮੁਖ ਆਉਂਦੇ ਰਹਾਂਗੇ, ਤਾਂ ਜੋ ਜਿਹੜੇ ਸਾਡੇ ਭਰਾ ਹੈਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ, ਪੰਜਾਬੀ ਕਮਿਊਨਿਟੀ, ਸਾਰਿਆਂ ਨੂੰ ਪਤਾ ਲੱਗੇ ਵੀ ਅਸਲ ਦੇ ਵਿੱਚ ਘਟਨਾ ਕਿਵੇਂ ਹੋਈ ਆ, ਤੇ ਖਾਸ ਤੌਰ ਦੇ ਉੱਤੇ ਉਹ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਗਏ ਆ ਉਹ ਕਿਵੇਂ ਗਏ, ਤੇ ਹੁਣ ਜਦੋਂ ਬਾਹਰ ਆ ਕੇ ਉਹ ਜਿਹੜੀ ਅਸਲੀਅਤ ਦੱਸ ਰਹੇ ਨੇ ਜੇਲ੍ਹ ਦੇ ਅੰਦਰ ਕੀ ਕੁਛ ਹੋਇਆ ਜਾਂ ਬਾਹਰ ਕਿਵੇਂ ਲਿਆਂਦਾ ਗਿਆ। ਸਾਰੀ ਸਾਡਾ ਇਹੀ ਆ, ਸਾਡੇ ਮਕਸਦ ਦਾ ਵੀ ਤੁਹਾਡੇ ਤੱਕ ਇਹ ਗੱਲ ਪਹੁੰਚਦੀ ਹੋਵੇ ਤਾਂ ਤੁਹਾਨੂੰ ਵੀ ਕਲੀਅਰ ਹੋਵੇ ਵੀ ਫਲਾਣੇ ਪਿੰਡ ਦੇ ਫਲਾਣੇ ਇਨਸਾਨ ਆ ਜਿਨ੍ਹਾਂ ਨੇ ਆਪਣਾ ਨਾਮ ਆ ਜਿਹੜਾ ਇਤਿਹਾਸ ਦੇ ਸੁਨਹਿਰੀ ਵਰਕਿਆਂ ਦੇ ਉੱਤੇ ਸੁਨਹਿਰੀ ਅੱਖਰਾਂ ਦੇ ਨਾਲ ਲਿਖਾ ਦਿੱਤਾ। ਅੱਗੇ ਵੀ ਅਸੀਂ ਇਹੋ ਜਿਹੀਆਂ ਮੁਲਾਕਾਤਾਂ ਲੈ ਕੇ ਤੁਹਾਡੇ ਸਨਮੁਖ ਆਉਂਦੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।